ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਰੋਜ਼ਾਨਾ ਚੱਲ ਰਹੀ ਅਚਰਜ ਕਥਾ ਵਿਚਾਰ ਗੁਰਮਤ ਕਲਾਸ ਦੇ ਅੰਦਰ ਪਾਵਨ ਬਾਣੀ ਆਸਾ ਕੀ ਵਾਰ ਨੂੰ ਵਿਚਾਰਨ ਅਤੇ ਸਮਝਣ ਵਾਸਤੇ ਆਈਆਂ ਆਪ ਸਮੂਹ ਸੰਗਤਾਂ ਦਾ ਧੰਨਵਾਦ ਹੈ। ਜੀਓ ਆਇਆਂ ਆਖਦੇ ਹਾਂ। ਆਓ ਅੱਜ ਦੀ ਵਿਚਾਰ ਨਾਲ ਜੁੜਨਾ ਕਰੀਏ। 6ਵੀਂ ਪੌੜੀ ਤੱਕ ਇਸ ਪੌੜੀ ਦਾ ਪਹਿਲਾ ਸ਼ਲੋਕ ਆਪਾਂ ਪਿਛਲੇ 2 ਦਿਨਾਂ ਵਿੱਚ ਸਰਵਣ ਕੀਤਾ ਤੇ ਉਸ ਪਾਵਨ ਪਵਿੱਤਰ ਸ਼ਲੋਕ ਵਿੱਚ ਗੁਰੂ ਸਾਹਿਬ ਜੀ ਨੇ ਜੋ ਉਸ ਸਮੇਂ ਦੇ ਵਿੱਚ ਜਿਹੜੀਆਂ 3 ਪ੍ਰਮੁੱਖ ਮੱਤਾਂ ਸਨ, ਮੁਸਲਮਾਨ, ਹਿੰਦੂ ਤੇ ਜੋਗੀ, ਉਹਨਾਂ ਦੇ ਕੀ ਵਿਚਾਰ ਨੇ, ਉਹ ਧਾਰਮਿਕ ਮਰਿਆਦਾ ਵਿੱਚ ਕਿੱਥੇ ਖੜੇ ਹਨ, ਪਰਮੇਸ਼ਰ ਅਕਾਲ ਪੁਰਖ ਦੀ ਸਿਫਤੋ ਸਲਾਹ ਵਿੱਚ ਕਿੱਥੇ ਖੜੇ ਹਨ, ਉਹ ਤੋਂ ਇਲਾਵਾ ਅਮੀਰ ਧਨਵਾਨ ਲੋਕ, ਉਹਨਾਂ ਦੀ ਕੀ ਸੋਚ ਹੈ, ਤੇ ਅਕਾਲ ਪੁਰਖ ਪਰਮੇਸ਼ਰ ਕਿਸ ਤਰ੍ਹਾਂ ਸਮੁੱਚੀ ਕਾਇਨਾਤ ਵਿੱਚ, ਸਾਰੀ ਸ੍ਰਿਸ਼ਟੀ ਵਿੱਚ ਸਾਰੇ ਹੀ ਜੀਵਾਂ ਨੂੰ ਜੋ ਕਿਤੇ ਵੀ ਹੋਵੇ, ਉਹਨਾਂ ਦੇ ਅੰਦਰ ਦੀ ਹਿਰਦੇ ਦੀ ਪੁਕਾਰ ਸੁਣ ਕੇ ਉਹਨਾਂ ਸਭਨਾਂ ਦੀ ਦੇਖਭਾਲ ਕਰਦਾ ਹੈ, ਪ੍ਰਤਿਪਾਲਣਾ ਕਰਦਾ ਹੈ। ਤੇ ਉਸ ਤੋਂ ਬਾਅਦ ਮਹਾਰਾਜਾ ਨੇ ਅਖੀਰ ਵਿੱਚ ਆ ਕੇ ਗੱਲ ਜਿਹੜੀ ਕੀਤੀ ਸੀ, ਆਪਣੀ ਸਰਵਣ ਕੀਤੀ ਹੈ ਭਗਤਾਂ ਦੀ, ਕਿ ਦੁਨੀਆ ਹਰ ਇੱਕ ਸੰਸਾਰ ਦਾ ਜਿਹੜਾ ਜੀਵ ਹੈ ਇਸ ਦੁਨੀਆ ਅੰਦਰ, ਉਹਦੀ ਆਪੋ ਆਪਣੀ ਭੁੱਖ ਹੈ, ਆਪੋ ਆਪਣੀ ਲੋੜ ਹੈ, ਆਪੋ ਆਪਣੀਆਂ ਉਹਦੀਆਂ ਮੰਗਾਂ ਨੇ, ਸਵਾਰਥ ਨੇ, ਜਿਨ੍ਹਾਂ ਮਗਰ ਸਾਰੀ ਉਮਰ ਦੌੜਦਾ ਹੈ। ਪੂਰੀਆਂ ਹੋਣ ਤੋਂ ਬਾਅਦ ਵੀ ਬੰਦੇ ਦੀਆਂ ਬਹੁਤੀਆਂ ਡਿਮਾਂਡਾਂ ਪੂਰੀਆਂ ਨਹੀਂ ਹੁੰਦੀਆਂ, ਭੁੱਖਾਂ ਪੂਰੀਆਂ ਨਹੀਂ ਹੁੰਦੀਆਂ, ਬਹੁਤ ਸਾਰੇ ਕਾਰਜ ਰਹਿ ਜਾਂਦੇ ਨੇ, ਬਹੁਤ ਸਾਰਾ ਕੰਮ ਰਹਿ ਜਾਂਦਾ ਹੈ। ਜਨਮ ਤੋਂ ਲੈ ਕੇ ਮਰਨ ਤੱਕ ਇਹ ਖੇਡ ਹਰ ਇਨਸਾਨ ਦੀ ਚੱਲਦੀ ਹੈ। ਪਰ ਮਹਾਰਾਜ ਕਹਿੰਦੇ ਜਿਹੜਾ ਭਗਤ ਹੁੰਦਾ ਹੈ ਉਹ ਇਹਨਾਂ ਸਾਰੀਆਂ ਗੱਲਾਂ, ਲੋੜਾਂ, ਪਦਾਰਥਾਂ ਤੋਂ ਉੱਪਰ ਉੱਠ ਕੇ ਕਰਤੇ ਦੀ ਸਿਫਤ ਸਲਾਹ ਦੀ ਭੁੱਖ ਆਪਣੇ ਮਨ 'ਚ ਪੈਦਾ ਕਰਦਾ ਹੈ, ਤੇ ਇਹ ਭੁੱਖ ਉਹਨੂੰ ਉਸ ਗੁਣੀ ਨਿਧਾਨ ਪਰਮੇਸ਼ਰ ਨਾਲ ਜੋੜ ਦਿੰਦੀ ਹੈ। ਉਹ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦਾ ਹੈ, ਤੇ ਨਾਮ ਦਾ ਆਧਾਰ ਬਣਦਿਆਂ ਬਾਕੀ ਸਾਰੀਆਂ ਭੁੱਖਾਂ, ਲੋੜਾਂ, ਪਦਾਰਥਵਾਦੀ ਜਿਤਨੀਆਂ ਵੀ ਹਨ ਉਹ ਖਤਮ ਹੋ ਜਾਂਦੀਆਂ ਹਨ। ਤੇ ਇਸ ਤੋਂ ਬਾਅਦ ਸਤਿਗੁਰਾਂ ਨੇ ਨਾਲ ਹੀ ਇੱਕ ਅਗਲਾ ਸ਼ਲੋਕ 6ਵੀਂ ਪੌੜੀ ਦਾ ਦੂਸਰਾ ਸ਼ਲੋਕ ਜੋ ਕਿ ਸਾਡੇ ਸਨਮੁਖ ਸਕਰੀਨ ਦੇ ਉੱਪਰ ਹੈ ਜੀ, ਮਹੱਲਾ ਪਹਿਲਾ। ਮਿੱਟੀ ਮੁਸਲਮਾਨ ਕੀ ਤੇੜਾ ਪਈ ਕੁਮਿਆਰ, ਘੜ ਪਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੜੀ, ਚੜ ਚੜ ਪਵੇ ਅੰਗਿਆਰ, ਨਾਨਕ ਜਿਨ ਕਰਤੈ ਕਾਰਨ ਕੀਆ, ਸੋ ਜਾਣੈ ਕਰਤਾਰ। ਇਹ ਪਾਵਨ ਸ਼ਲੋਕ ਉਚਾਰਿਆ ਮਹਾਰਾਜ ਨੇ। ਇਹਦੇ ਵਿੱਚ ਜਿਹੜੀ ਗੱਲ ਮਹਾਰਾਜ ਨੇ ਕੀਤੀ ਹੈ, ਮੁਸਲਮਾਨੀ ਇਸਲਾਮੀ ਜਗਤ ਦੀ ਸ਼ਰ੍ਹਾ ਦੇ ਮੁਤਾਬਿਕ ਪ੍ਰਾਣੀ ਦੇ ਮਰ ਜਾਣ ਵੇਲੇ, ਪ੍ਰਾਣੀ ਦੇ ਪ੍ਰਾਣ ਤਿਆਗ ਦੇਣ ਵੇਲੇ, ਸਰੀਰ ਛੱਡ ਜਾਣ ਵੇਲੇ, ਜਾਂ ਇਸ ਸੰਸਾਰ ਤੋਂ ਰੁਖਸਤ ਹੋ ਜਾਣ ਵੇਲੇ ਉਹਨਾਂ ਦੀ ਜੋ ਇਸਲਾਮੀ ਸੰਸਕਾਰ ਦੀ ਵਿਧੀ ਹੈ, ਉਹਦੇ ਸੰਬੰਧਿਤ ਇੱਕ ਸੱਚਾਈ ਨੂੰ ਪ੍ਰਗਟ ਕੀਤਾ ਹੈ। ਮਹਾਰਾਜ ਕਹਿੰਦੇ ਵੀ ਜਿਹੜੀ ਮੁਸਲਮਾਨ ਦੀ ਮਿੱਟੀ ਹੈ, ਪੇੜਾ ਪਈ ਘੁਮਿਆਰ, ਉਹਨੂੰ ਘੁਮਿਆਰ ਪੇੜਦਾ, ਪੇੜ ਦਾ ਅਰਥ ਪੇੜੇ ਬਣਾਉਂਦਾ ਹੈ, ਭਾਵ ਉਹਨੂੰ ਮਿੱਟੀ ਨੂੰ ਗੁੰਨਦਾ ਹੈ, ਜਿਵੇਂ ਅਸੀਂ ਆਟਾ ਗੁੰਨਦੇ ਹਾਂ। ਪਰ ਇਹ ਜਿਹੜੀ ਗੱਲ ਕਹੀ, ਆਖਰ ਨੂੰ ਇਹ ਗੱਲ ਕਿਉਂ ਕਹੀ? ਅੱਗੇ ਮਹਾਰਾਜ ਨੇ ਨਾਲ ਹੀ ਕਹਿ ਦਿੱਤਾ, ਉਸ ਫਿਰ ਮਿੱਟੀ ਨੂੰ ਗੁੰਨ ਕੇ ਉਹਦੇ ਘੜਦੇ, ਉਹਨੂੰ ਭਾਂਡੇ ਤੇ ਇੱਟਾਂ ਬਣਾਉਂਦਾ, ਤੇ ਉਹਨੂੰ ਪਕਾਉਣ ਦੀ ਅੱਗ ਦੇ ਵਿੱਚ ਸਾੜਦਾ। ਉਹ ਮਿੱਟੀ ਜਲਦੀ ਹੈ ਤੇ ਰੱਬ ਅੱਗੇ ਪੁਕਾਰ ਕਰਦੀ ਹੈ। ਹੁਣ ਇੰਨੀ ਗੱਲ ਕਹਿਣ ਦੇ ਪਿੱਛੇ ਮਹਾਰਾਜ ਦਾ ਲੌਜਿਕ ਕੀ ਹੈ? ਇਹ ਗੱਲ ਕਹਿਣ ਦੀ ਲੋੜ ਕਿਉਂ ਪਈ? ਹੁਣ ਧਿਆਨ ਵਿੱਚ ਰੱਖਿਓ, ਜਿਹੜਾ ਇਸਲਾਮੀ ਜਗਤ ਹੈ ਉਹ ਪੁਨਰ ਜਨਮ ਨੂੰ ਨਹੀਂ ਮੰਨਦਾ। ਨਾ ਈਸਾਈ ਮੰਨਦੇ ਨੇ, ਨਾ ਮੁਸਲਮਾਨ ਮੰਨਦੇ ਨੇ, ਇਸਲਾਮ ਧਰਮ ਵੀ ਨਹੀਂ ਮੰਨਦਾ। ਬਾਕੀਆਂ ਹੋਰਾਂ ਦੀਆਂ ਵੀ ਥੋੜੇ ਥੋੜੇ ਫਰਕ ਨੇ, ਆਪੋ ਆਪਣੇ ਵਿਚਾਰਧਾਰਾ। ਪਰ ਇੱਕ ਫਿਕਰ ਇਹਨਾਂ ਨੂੰ ਜ਼ਰੂਰ ਹੈ ਕਿ ਪ੍ਰਾਣੀ ਜਿਹੜਾ ਸੰਸਾਰ ਤੋਂ ਗਿਆ, ਚਲਾ ਗਿਆ, ਖਤਮ ਹੋ ਗਿਆ, ਮੁੱਕ ਗਿਆ, ਉਹ ਦੋਜ਼ਖ ਵਿੱਚ ਨਾ ਚਲਾ ਜਾਏ। ਅਸੀਂ ਨਰਕ ਕਹਿੰਦੇ, ਉਹ ਦੋਜ਼ਖ ਕਹਿੰਦੇ ਨੇ। ਵਾਪਸ ਨਹੀਂ ਆਉਣਾ ਤੇ ਮੰਨਦੇ ਨੇ, ਪਰ ਕਿਤੇ ਦੋਜ਼ਖ ਦੀ ਅੱਗ ਵਿੱਚ ਨਾ ਸੜਨਾ ਪੈ ਜਾਏ। ਕਿਉਂ? ਇਸਲਾਮੀ ਜਗਤ ਵਿੱਚ ਅੱਗ ਵਿੱਚ ਸੜਨਾ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਹੈ।
ਜੇ ਇਸੇ ਕਰਕੇ ਉਹਨਾਂ ਵਿੱਚ ਪ੍ਰਾਣੀ ਨੂੰ ਅਗਨ ਭੇਟ ਨਹੀਂ ਕੀਤਾ ਜਾਂਦਾ, ਮੁਰਦਾ ਸਰੀਰ ਨੂੰ ਉਹ ਦਹਨ ਨਹੀਂ ਕਰਦੇ, ਸਾੜਦੇ ਨਹੀਂ, ਉਹ ਦਫਨ ਕਰਦੇ ਹਨ, ਮਿੱਟੀ ਵਿੱਚ ਦਫਨਾਉਂਦੇ ਹਨ। ਤੇ ਗੁਰੂ ਸਾਹਿਬ ਕਹਿੰਦੇ ਵੀ ਤੁਸੀਂ ਉਹ ਕਿਉਂ ਨਹੀਂ ਦਫਨਾਉਂਦੇ? ਉਹ ਕਹਿੰਦੇ ਵੀ ਅੱਗ ਵਿੱਚ ਸੜਨਾ ਤੇ ਪਾਪ ਹੁੰਦਾ, ਵੀ ਜਿਹੜੇ ਅੱਗ ਵਿੱਚ ਸਾੜੇ ਜਾਂਦੇ ਨੇ ਮਰਨ ਤੋਂ ਬਾਅਦ, ਉਹਨਾਂ ਤੇ ਖੁਦਾ ਦੀ ਦਇਆ ਨਹੀਂ ਹੁੰਦੀ। ਉਹਨਾਂ ਨੇ ਬਹੁਤ ਵੱਡਾ ਪਾਪ ਕੀਤਾ, ਜਿਸ ਕਰਕੇ ਉਹਨਾਂ ਨੂੰ ਅੱਗ ਵਿੱਚ ਸੜਨਾ ਪਿਆ। ਇਹ ਉਹਨਾਂ ਦੀ ਵਿਚਾਰ ਹੈ, ਅੱਗ ਵਿੱਚ ਸੜਨ ਨੂੰ ਚੰਗਾ ਨਹੀਂ ਮੰਨਦੇ। ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਜਿਹੜੀ ਮੁਸਲਮਾਨ ਦੀ ਮਿੱਟੀ ਆ, ਭਾਵ ਜਦੋਂ ਮੁਸਲਮਾਨ ਪ੍ਰਾਣੀ ਦੀ ਕਿਸੇ ਦੀ ਡੈਥ ਹੋਈ, ਇਸਲਾਮੀ ਸ਼ਰਅ ਦੇ ਮੁਤਾਬਿਕ ਉਹਨੂੰ ਮਿੱਟੀ ਵਿੱਚ ਦਫਨਾ ਦਿੱਤਾ ਗਿਆ, ਦਫਨਾ ਦਿੱਤਾ ਜੀ। ਹੁਣ ਕੀ ਹੋਇਆ, ਕੁਝ ਸਮੇਂ ਬਾਅਦ ਕਬਰਸਤਾਨ ਦੇ ਵਿੱਚ ਉਹ ਘੁਮਿਆਰ ਜਾਂਦਾ, ਉਹ ਕਬਰ ਦੀ ਮਿੱਟੀ ਪੁੱਟਦਾ। ਹੁਣ ਦੇਖੋ, ਮਿੱਟੀ ਉੱਥੇ ਆਲੇ ਦੁਆਲੇ ਹੋਰ ਵੀ ਬਹੁਤ ਹੈ, ਪਰ ਉਹੀ ਮਿੱਟੀ ਕਿਉਂ ਪੁੱਟਦੇ ਜਿੱਥੇ ਮੁਰਦਾ ਦਫਨ ਕੀਤਾ ਗਿਆ ਸੀ? ਕਹਿੰਦੇ ਨੇ ਵੀ ਉਹ ਜਿਹੜੀ ਮਿੱਟੀ ਹੁੰਦੀ ਹੈ ਉਹ ਬੜੀ ਚੀਕਣੀ ਹੁੰਦੀ ਹੈ। ਚੀਕਣੀ ਮਿੱਟੀ ਸਮਝਿਆ, ਬਹੁਤ ਛੇਤੀ ਜਿਹੜੀ ਮਿਕਸ ਹੋ ਜਾਂਦੀ ਹੈ, ਬੜੀ ਨਰਮ ਹੁੰਦੀ ਹੈ, ਉਹਦਾ ਭਾਂਡਾ ਬਹੁਤ ਵਧੀਆ ਬਣਦਾ। ਉਹ ਮਿੱਟੀ ਦੀ ਅੱਛੀ ਕੁਆਲਿਟੀ ਅੱਛੀ ਹੁੰਦੀ ਹੈ। ਜਿੱਥੇ ਮੁਰਦਾ ਦਫਨ ਕੀਤਾ ਜਾਂਦਾ ਉਸ ਮਿੱਟੀ ਦੀ ਗੱਲ ਕਰਦੇ ਨੇ। ਮਿੱਟੀ ਆਲੇ ਦੁਆਲੇ ਹੋਰ ਵੀ ਹੈ। ਮਿੱਟੀ ਜਿੱਥੇ ਕਬਰ ਦੇ ਵਿੱਚ ਜਿੱਥੇ ਮੁਰਦਾ ਦਫਨ ਕੀਤਾ ਉਹਦੇ ਚਾਰੇ ਪਾਸੇ ਵੀ ਮਿੱਟੀ ਹੁੰਦੀ ਹੈ, ਪਰ ਉਹ ਮਿੱਟੀ ਨੂੰ ਨਹੀਂ ਛੇੜਦਾ। ਉਹ ਜਿੱਥੇ ਜਿਹੜਾ ਮੁਰਦਾ ਦਫਨਾਇਆ ਗਿਆ ਉਹਦੇ ਉੱਪਰ ਮਿੱਟੀ ਪਾਏਗੀ, ਉਸ ਸਾਰੀ ਮਿੱਟੀ ਨੂੰ ਕੱਢ ਦੇ। ਹੁਣ ਘੁਮਿਆਰ ਨੇ ਮਿੱਟੀ ਲੈ ਆਂਦੀ, ਉਹਨੇ ਮਿੱਟੀ ਨੂੰ ਆਪਣਾ ਮਿਕਸ ਕਰਕੇ ਉਹਨੂੰ ਗੁੰਨ ਕੇ ਉਹਦੀਆਂ ਇੱਟਾਂ ਬਣਾ ਲਈਆਂ, ਭਾਂਡੇ ਬਣਾ ਲਏ। ਪੁਰਾਣੇ ਸਮੇਂ 'ਚ ਘੁਮਿਆਰ ਇੱਟਾਂ ਵੀ ਬਣਾਉਂਦੇ ਸਨ, ਭਾਂਡੇ ਤੇ ਹੁਣ ਵੀ ਬਣਾਉਂਦੇ ਆ ਨਾ, ਪਹਿਲਾਂ ਇੱਟਾਂ ਵੀ ਤਕਰੀਬਨ ਘੁਮਿਆਰ ਹੀ ਬਣਾਇਆ ਕਰਦੇ ਸਨ। ਹੁਣ ਜਦੋਂ ਇੱਟਾਂ ਬਣ ਗਈਆਂ, ਭਾਂਡੇ ਬਣ ਗਏ, ਉਹਨੇ ਅੱਗ ਦੇ ਵਿੱਚ ਸਾੜਿਆ। ਸਾੜੇ ਦਾ ਕੀ, ਉਹਨੇ ਪਕਾਈਆਂ, ਪੱਕਿਆ, ਅੱਗ ਦੇ ਵਿੱਚ ਸਾੜ ਕੇ ਜਦੋਂ ਪੱਕੀ, ਗੁਰੂ ਸਾਹਿਬ ਕਹਿੰਦੇ ਫਿਰ ਮਿੱਟੀ ਤਾਂ ਉਦੋਂ ਵੀ ਜਲੀ। ਹੁਣ ਉਦੋਂ ਤੇ ਫਿਰ ਮਿੱਟੀ ਬਚ ਨਹੀਂ ਪਾਈ। ਮੁਸਲਮਾਨ ਜਿਉਂਦੇ ਜੀ ਨਹੀਂ ਅੱਗ ਵਿੱਚ ਸੜਿਆ, ਮਰਨ ਤੋਂ ਬਾਅਦ ਸੜ ਗਿਆ, ਹੁਣ ਮਿੱਟੀ ਸੜੀ ਹੈ। ਪਹਿਲਾਂ ਵੀ ਮਿੱਟੀ ਸੜਦੀ ਸੀ। ਜਦੋਂ ਕਿਸੇ ਪ੍ਰਾਣੀ ਨੂੰ ਅਸੀਂ ਅਗਨ ਭੇਟ ਕਰਦੇ ਹਾਂ, ਸੜਦੀ ਤੇ ਉਦੋਂ ਵੀ ਮਿੱਟੀ ਹੋਈ ਹੈ, ਹੁਣ ਵੀ ਮਿੱਟੀ ਸੜੀ ਹੈ। ਕਹਿੰਦੇ ਫਰਕ ਕੀ ਰਹਿ ਗਿਆ? ਮਹਾਰਾਜ ਕਹਿੰਦੇ ਉਦੋਂ ਬਚੇ ਤੇ ਹੁਣ ਸੜ ਗਏ, ਫਰਕ ਕੀ ਰਹਿ ਗਿਆ ਤੁਹਾਡਾ? ਅਸਲ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਜਿਹੜੀਆਂ ਕਬਰਾਂ ਹਨ, ਜਿਹੜੇ ਮੁਰਦੇ ਅਸੀਂ ਦਫਨ ਕਰਦੇ ਹਾਂ, ਜਦੋਂ ਖੁਦਾ ਦਾ ਖਾਸਤਾ ਕਦੀ ਕਿਆਮਤ ਦਾ ਸਮਾਂ ਆਏਗਾ, ਰੋਜ਼ੇ ਕਿਆਮਤ ਆਏਗਾ, ਕਿਆਮਤ ਦਾ ਦਿਨ ਆਏਗਾ, ਉਸ ਦਿਨ ਸਾਰੀਆਂ ਕਬਰਾਂ ਦੇ ਵਿੱਚ ਜਿੰਨੇ ਅਸੀਂ ਮੁਰਦੇ ਦਫਨ ਕੀਤੇ ਨੇ ਉਹ ਸਾਰੇ ਉੱਠ ਖਲੋਣਗੇ, ਮੁਰਦੇ ਜਿਉਂਦੇ ਹੋ ਜਾਣਗੇ, ਤੇ ਖੁਦਾ ਉਹਨਾਂ ਨੂੰ ਆਪਣੇ ਵਿੱਚ ਸਮੋ ਲਏਗਾ। ਉਹਨਾਂ ਨੂੰ ਖੁਦਾ ਦੇ ਘਰ ਦਹਿਸ਼ਤ ਵਿੱਚ, ਦਹਿਸ਼ਤ ਵਿੱਚ ਸਵਰਗ ਵਿੱਚ ਥਾਂ ਮਿਲ ਜਾਏਗਾ। ਇਹ ਇਸਲਾਮੀ ਜਗਤ ਦੀ ਸੋਚ ਹੈ, ਉਹਨਾਂ ਦੀ ਸ਼ਰਅ ਮੁਤਾਬਿਕ ਇਹ ਵਿਚਾਰ ਹੈ। ਤੇ ਉਹਨਾਂ ਦੀ ਇਹ ਵੀ ਮੰਨਣਾ ਵੀ ਜਿਹੜੀ ਆਤਮਾ ਹੈ ਨਾ, ਆਤਮਾ ਮਰ ਚੁੱਕੇ ਪ੍ਰਾਣੀ ਦੀ, ਉਹ ਕਬਰ ਦੇ ਉੱਪਰ ਬੈਠੀ ਹੁੰਦੀ ਹੈ। ਜਿੱਥੇ ਮੁਰਦਾ ਦਫਨ ਕੀਤਾ ਹੁੰਦਾ ਹੈ, ਉਸ ਕਬਰ ਦੇ ਉੱਪਰ ਉਹ ਆਤਮਾ ਬੈਠੀ ਹੈ। ਹੁਣ ਜਲਦੀ ਕਰੇ, ਪੁਕਾਰ ਕੌਣ ਕਰਦਾ? ਪੁਕਾਰ ਆਤਮਾ ਕਰਦੀ ਹੈ। ਕਿਉਂ ਕਰਦੀ? ਵੀ ਮਿਲੀ ਮਿੱਟੀ ਸੜ ਰਹੀ ਹੈ, ਇੱਟਾਂ ਤਾਂ ਪਕਾਤੀਆਂ, ਹੁਣ ਦੇਖਿਆ ਕਿਹਨੇ? ਮਹਿਸੂਸ ਕਿਹਨੂੰ ਹੁੰਦੀ ਹੈ? ਅੱਗ ਦਾ ਸੇਕ ਜਿਉਂਦੇ ਜੀ ਵੀ ਕੌਣ ਮਹਿਸੂਸ ਕਰਦਾ? ਮਨ ਜਾਂ ਆਤਮਾ ਨੂੰ ਸੇਕ ਲੱਗਦਾ। ਦਰਦ ਕਿੱਥੇ ਹੁੰਦਾ? ਸਾਡੇ ਆਤਮਾ ਤੇ ਹੁੰਦਾ, ਸਾਡੇ ਮਨ ਤੇ ਹੁੰਦਾ ਉਹਦਾ ਅਸਰ। ਹੁਣ ਗੁਰੂ ਸਾਹਿਬ ਕਹਿੰਦੇ ਵੀ ਜਲਦੀ ਕਰੇ, ਪੁਕਾਰ ਕਰ ਰਹੀ ਹੈ ਆਤਮਾ, ਉੱਥੇ ਬੈਠੀ ਆਤਮਾ ਪੁਕਾਰ ਕਰ ਰਹੀ, ਆਤਮਾ ਤਪ ਰਹੀ, ਆਤਮਾ ਦੁੱਖ ਮੰਨਦੀ ਹੈ। ਜਿਉਂਦੇ ਜੀ ਸਰੀਰ ਵਿੱਚੋਂ ਤਾਂ ਚਲੋ ਅੱਗ ਜ਼ਿਆਦਾ ਲੱਗ ਜਾਏ, ਜ਼ਿਆਦਾ ਲਿਮਟ ਤੋਂ ਉੱਪਰ ਚਲੇ ਜਾਏ, ਆਤਮਾ ਉਦੋਂ ਵੀ ਸਰੀਰ ਛੱਡ ਦਿੰਦੀ ਹੈ। ਦਰਦ ਤੇ ਉਦੋਂ ਵੀ ਨਹੀਂ ਸਹਿ ਹੋਇਆ, ਤੇ ਹੁਣ ਵੀ ਜਲ ਰਹੀ ਹੈ, ਹੁਣ ਵੀ ਪੁਕਾਰ ਕਰ ਰਹੀ ਹੈ, ਵੀ ਇਹ ਕੀ ਹੋ ਗਿਆ? ਗੁਰੂ ਸਾਹਿਬ ਕਹਿੰਦੇ ਛੱਡਦਾ ਉਦੋਂ ਵੀ ਸੀ, ਛੱਡਦਾ ਹੁਣ ਵੀ ਹੈ। ਤੇ ਦੂਜੀ ਬੇਨਤੀ ਮੈਂ ਕਰਦੇ ਆ, ਗੁਰਮਤ ਨੇ ਇਹ ਗੱਲ ਮੰਨੀ ਹੈ ਵੀ ਚਾਹੇ ਤੁਸੀਂ ਮਰ ਚੁੱਕੇ ਪ੍ਰਾਣੀ ਨੂੰ ਦਫਨ ਕਰੋ, ਚਾਹੇ ਉਹਨੂੰ ਸਾੜੋ, ਚਾਹੇ ਉਹਨੂੰ ਪਾਣੀ ਚ ਬਹਾ ਦਿਓ, ਚਾਹੇ ਉਹਨੂੰ ਕਾਵਾਂ, ਪੰਛੀਆਂ, ਇੱਲਾਂ ਦੇ ਖਾਣ ਵਾਸਤੇ ਛੱਡ ਦਿਓ। ਜਿਹੜੇ ਜੈਨੀ ਨੇ, ਪਾਰਸੀ ਜਿਹੜੇ ਹਨ, ਉਹ ਪ੍ਰਾਣੀ ਦਾ ਸੰਸਕਾਰ ਨਹੀਂ ਕਰਦੇ, ਨਾ ਉਹਨੂੰ ਦਫਨ ਕਰਦੇ ਨੇ, ਨਾ ਉਹਨੂੰ ਸਾੜਦੇ ਨੇ, ਨਾ ਉਹਨੂੰ ਪਾਣੀ ਚ ਬਹਾਉਂਦੇ ਨੇ। ਉਹਨਾਂ ਨੇ ਇੱਕ ਬਹੁਤ ਵੱਡਾ ਉੱਚਾ ਇੱਕ ਥੜਾ ਬਣਾਉਂਦਾ, ਉਸ ਉੱਚੇ ਥੜੇ ਦੇ ਉੱਪਰ ਉਸ ਆਤਮਾ ਨੂੰ ਲਿਟਾ, ਉਸ ਸਰੀਰ ਨੂੰ, ਮੁਰਦਾ ਸਰੀਰ ਨੂੰ ਰੱਖ ਦਿੰਦੇ ਹਨ। ਉੱਥੇ ਇੱਲਾਂ, ਚੀਲਾਂ ਵਗੈਰਾ ਆ ਕੇ
ਉਸ ਪ੍ਰਾਣੀ ਨੂੰ ਖਾ ਲੈਂਦੀਆਂ ਹਨ, ਉਹਦੇ ਸਰੀਰ ਨੂੰ ਖਾ ਜਾਂਦੀਆਂ ਨੇ। ਭਾਵ ਕੀ ਹੈ ਉਹਨਾਂ ਦਾ? ਭਾਵ ਹੈ ਵੀ ਇਹ ਜਿਹੜਾ ਸਰੀਰ ਹੈ ਮਰਨ ਤੋਂ ਬਾਅਦ ਕਿਸੇ ਦੇ ਕੰਮ ਆਵੇ। ਸਰੀਰ ਤਾਂ ਹੁਣ ਹੈ ਤੇ ਮਿੱਟੀ ਹੈ। ਗੁਰੂ ਸਾਹਿਬ ਨੇ ਬਾਣੀ ਚ ਪਹਿਲਾਂ ਹੀ ਕਹਿ ਦਿੱਤਾ ਸੀ, ਕਬੀਰ ਮਾਟੀ ਕੀ ਹਮ ਪੁੱਤਰੇ ਮਾਨਸ ਰਾਖਿਓ ਨਾਉ, 4 ਦਿਵਸ ਕੇ ਪਾਉਨੇ ਬਦ ਬਦ ਰੁੰਦਾ ਠਾਉ। ਕਹਿੰਦੇ ਮਿੱਟੀ ਦੇ ਪੁਤਲੇ ਆ, ਮਨੁੱਖ ਸਾਡਾ ਨਾਮ ਹੈ, 4 ਦਿਨਾਂ ਦੇ ਪ੍ਰਾਹੁਣੇ ਆ, ਪਰ ਅਸੀਂ ਜਗ੍ਹਾ ਜ਼ਮੀਨਾਂ ਜਾਇਦਾਦਾਂ ਸੰਸਾਰ ਦੇ ਲੜਾਈ ਝਗੜਿਆਂ ਮਗਰ ਇਸ ਤਰ੍ਹਾਂ ਪਿਆ ਜਿਵੇਂ ਅਸੀਂ ਪੱਕਾ ਉਰੇ ਰਹਿਣਾ ਹੁੰਦਾ। ਹੋਰ ਕਿਹਾ ਹੈ, ਕਬੀਰਾ ਧੂਰ ਸਕੇਲ ਕੈ, ਧੂਰ ਧੂੜੀ ਮਿੱਟੀ ਥੋੜੀ ਜਿਹੀ, ਸਕੇਲ ਕੈ ਇਕੱਠੀ ਕਰਕੇ, ਪੁਰੀਆ ਬੰਦੀ ਦੇ ਦੇਹ ਦੀ ਆ ਮਿੱਟੀ ਦੇ ਸਰੀਰ ਦੀ ਇੱਕ ਪੁੜੀ ਬਣਾ ਦਿੱਤੀ ਹੈ। ਆ ਸਰੀਰ ਨੂੰ ਬਾਣੀ ਕਹਿੰਦੀ ਇੱਕ ਪੁੜੀ ਹੈ, ਪਾਊਚ। ਪੁੜੀ ਮੀਨਸ ਪਾਊਚ। ਸਾਡਾ ਸਰੀਰ ਕੀ ਹੈ? ਕਹਿੰਦੇ ਮਿੱਟੀ ਦਾ ਇੱਕ ਪਾਊਚ ਹੈ, ਤੇ ਪਾਊਚ ਦੇ ਵਿੱਚ ਮਿੱਟੀ ਭਰੀ ਹੈ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਦੀ ਦੇ, ਦਿਵਸ 4 ਕੋ ਪੇਖਣਾ ਅੰਤ ਖੇ ਕੀ ਖੇ। 4 ਦਿਨਾਂ ਦੇ ਪ੍ਰਾਹੁਣੇ ਆ, ਅੰਤ ਨੂੰ ਅਸੀਂ ਫੇਰ ਮਿੱਟੀ ਹੋ ਜਾਣਾ ਹੈ। ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਕਬਰ ਚ ਸਮਾ ਗਈ ਜਾਂ ਮਿੱਟੀ ਛੱਡ ਗਈ, ਉਹਦੇ ਉੱਪਰ ਫੇਰ ਮਿੱਟੀ ਪਾ ਕੇ ਫੇਰ ਮਿੱਟੀ ਬਰਾਬਰ ਕਰ ਦਿੱਤਾ। ਤਾਂ ਹੁਣ ਇਹ ਸੰਸਾਰ ਦੀ ਖੇਡ ਹੈ, ਕਿਉਂਕਿ ਸਰੀਰ ਮਿੱਟੀ ਤੋਂ ਬਣਿਆ, ਮਿੱਟੀ ਵਿੱਚ ਹੀ ਸੜੇਗਾ। ਮਹਾਰਾਜ ਕਹਿੰਦੇ ਵੀ ਗੱਲ ਇਹ ਹੈ ਵੀ ਤੁਸੀਂ ਇਹਨੂੰ ਕਿਆਮਤ ਨਾਲ, ਇਹਨੂੰ ਵਹਿਸ਼ਤ ਨਾਲ, ਇਹਨੂੰ ਧਰਮ ਨਾਲ ਕਿਉਂ ਜੋੜਦੇ ਹੋ? ਸਰੀਰ ਤਾਂ ਮਿੱਟੀ ਹੈ। ਇਸ ਦਾ ਅਰਥ ਇਹ ਹੋਇਆ ਕਿ ਤੁਸੀਂ ਮਰਨ ਤੋਂ ਬਾਅਦ ਵੀ ਮਿੱਟੀ ਨਾਲ ਜੁੜੇ ਹੋਏ ਹੋ, ਮਰ ਕੇ ਵੀ ਮਿੱਟੀ ਤੋਂ ਖੜਾ ਨਹੀਂ ਛਡਾ ਸਕੇ। ਸਰੀਰ ਤਾਂ ਮਿੱਟੀ ਹੈ, ਤੁਹਾਨੂੰ ਮਰਨ ਤੋਂ ਬਾਅਦ ਵੀ ਮਿੱਟੀ ਦਾ ਫਿਕਰ ਹੈ ਵੀ ਇਹ ਛੱਡ ਨਾ ਜਾਏ, ਵਰਨੇ ਦੋਜ਼ਖ ਚ ਚਲਾ ਜਾਏਗਾ। ਜਿਹਨੇ ਜਾਣਾ ਹੈ ਉਹ ਤੇ ਮਰਨ ਸਾਰ ਹੀ ਚਲਾ ਗਿਆ ਦੋਜ਼ਖ ਵਿੱਚ। ਉਹ ਤੇ ਜੀਵ ਆਤਮਾ ਨਹੀਂ ਜਾਣਾ, ਮਨ ਨੇ ਜਾਣਾ, ਕਰਮਾਂ ਦੇ ਮੁਤਾਬਿਕ ਜਾਣਾ। ਉਹਨੂੰ ਨਾ ਮਿੱਟੀ ਬਚਾ ਸਕਦੀ ਹੈ, ਨਾ ਪਾਣੀ ਬਚਾ ਸਕਦਾ ਹੈ, ਨਾ ਉਹਨੂੰ ਅੱਗ ਬਚਾ ਸਕਦੀ ਹੈ। ਸਾਡੇ ਵਿੱਚ ਕੁਝ ਸਰੀਰਾਂ ਦੇ ਜਲ ਪ੍ਰਵਾਹ ਕੀਤੇ ਜਾਂਦੇ ਨੇ, ਤੇ ਉਸ ਤੋਂ ਬਾਅਦ ਜਦੋਂ ਅਸੀਂ ਸੰਸਕਾਰ ਵੀ ਕਰਦੇ ਹਾਂ, ਸੰਸਕਾਰ ਤੋਂ ਬਾਅਦ ਸਾਡੇ ਵਿੱਚ ਰੀਤ ਹੈ, ਸਿੱਖ ਸਮਾਜ ਦੀ ਰੀਤ ਹੈ ਵੀ ਅਸੀਂ ਉਹਦੇ ਫੁੱਲ ਮੀਨਸ ਹੱਡੀਆਂ, ਅਸਥੀਆਂ ਅਸੀਂ ਆਪਣਾ ਕੀਰਤਪੁਰ ਸਾਹਿਬ ਲੈ ਕੇ ਜਾਣੇ, ਉੱਥੇ ਪਾਉਣੇ ਆ। ਹੁਣ ਜੇ ਇਹਨੂੰ ਡੀਪਲੀ ਜਾ ਕੇ, ਇਹਦੀ ਬੈਕਗਰਾਉਂਡ ਜਾ ਕੇ, ਇਹਨੂੰ ਪਰੋਲ ਕੇ, ਇਹਦੇ ਤੱਤ ਗਹਿਰਾਈ ਵਿੱਚ ਜਾ ਕੇ ਇਹਨੂੰ ਪੁੱਛੇ ਭਾਈ ਕਿਉਂ ਆਏ ਹੋ ਇੱਥੇ ਲੈ ਕੇ, ਉਹ ਕਹਿੰਦੇ ਜੀ ਫਿਰ ਗੱਦੀ ਹੋ ਜਾਂਦੀ ਹੈ, ਮੁਕਤੀ ਮਿਲ ਜਾਂਦੀ ਹੈ। ਹੱਦ ਹੋ ਗਈ, ਸਾਰੀ ਉਮਰ ਝੂਠ ਨਾ ਛੱਡੇ ਬੰਦਾ, ਸਾਰੀ ਉਮਰ ਵਿਕਾਰ ਨਾ ਛੱਡੇ, ਸਾਰੀ ਉਮਰ ਬੇਈਮਾਨੀ ਨਾ ਛੱਡੇ, ਸਾਰੀ ਉਮਰ ਲੜਾਈ ਝਗੜੇ, ਕੱਲ ਕਲੇਸ਼, ਕਾਮ ਕ੍ਰੋਧ ਲੋਭ ਹੰਕਾਰ ਚ ਬਤੀਤ ਹੋ ਜਾਏ, ਲੋਭ ਲਾਲਚ ਬੇਈਮਾਨੀਆਂ ਚ ਬਤੀਤ ਹੋ ਜਾਏ, ਤੇ ਅੰਤ ਵੇਲੇ ਫੁੱਲ ਪਾ ਦਿਓ ਗੰਗਾ ਚ, ਅਸਤੀਆਂ ਪਾ ਦਿਓ ਕੀਰਤਪੁਰ ਸਾਹਿਬ, ਤੇ ਮੁਕਤੀ ਹੋ ਗਈ। ਫਿਰ ਤੇ ਸੌਖਾ ਤਰੀਕਾ ਹੈ। ਇਟ ਮੀਨਸ ਫਿਰ ਤੇ ਸਾਨੂੰ ਛੁੱਟੀ ਮਿਲ ਗਈ ਖੁੱਲੀ, ਜੋ ਮਰਜ਼ੀ ਕਰੋ, ਫੁੱਲ ਗੰਗਾ ਚ ਤੇ ਸਤਨਾਮ ਵਾਹਿਗੁਰੂ ਚਲੋ ਸਵਰਗ ਚ, ਟਿਕਟ ਮਿਲ ਗਈ ਸਿੱਧੀ। ਲੋਗਨ ਰਾਮ ਖਿਲਾਉਣਾ ਜਾਣਾ ਸੀ, ਰੱਬ ਨੂੰ ਧਰਮ ਨੂੰ ਖਿਡਾਉਣਾ ਮੰਨਿਆ ਹੋਇਆ। ਫਿਰ ਤੇ ਧਰਮ ਦੀ ਲੋੜ ਹੀ ਨਹੀਂ, ਫਿਰ ਗ੍ਰੰਥਾਂ ਦੀ ਲੋੜ ਨਹੀਂ, ਮੰਦਿਰਾਂ ਦੀ ਲੋੜ ਨਹੀਂ, ਲੈਕਚਰਾਂ ਦੀ ਲੋੜ ਨਹੀਂ, ਕਥਾ ਕੀਰਤਨਾਂ ਦੀ ਲੋੜ ਨਹੀਂ, ਸਾਨੂੰ ਚੰਗੇ ਕੰਮ ਕਰਨ ਦੀ ਲੋੜ ਨਹੀਂ, ਪ੍ਰੇਰਨਾ ਦੇਣ ਦੀ ਲੋੜ ਨਹੀਂ, ਪੜ੍ਹਾਉਣ ਦੀ ਲੋੜ ਨਹੀਂ, ਸਿੱਖਣ ਦੀ ਲੋੜ ਨਹੀਂ। ਸੇਵਾ ਸਿਮਰਨ ਅਭਿਆਸ ਕਰਦੇ ਹੋ, ਤੜਕੇ ਉੱਠਦੇ ਆ, ਨੰਗੇ ਪੈਰੀ ਜਾਂਦੀ ਹੈ ਦੁਨੀਆ, ਪਤਾ ਨਹੀਂ ਅਸੀਂ ਧਰਮ ਨਾਂ ਤੇ ਜੋ ਵੀ ਕਰਦੇ ਇਹਦੀ ਲੋੜ ਹੀ ਨਹੀਂ, ਕਿਉਂਕਿ ਮਰਨ ਤੋਂ ਬਾਅਦ ਫੁੱਲ ਗਏ ਗੰਗਾ ਚ ਤੇ ਕੀਰਤਪੁਰ ਚਲੋ ਸਵਰਗ। ਫਿਰ ਇਹ ਸਾਰਾ ਕੁਝ ਕਿਉਂ ਹੋ ਰਿਹਾ? ਕਿਉਂਕਿ ਲੋੜ ਇਸੇ ਦੀ ਹੈ ਤਾਂ ਹੋ ਰਿਹਾ ਹੈ, ਉਹਦੇ ਨਾਲ ਨਹੀਂ ਗੱਲ ਬਣਨੀ। ਪਤਾ ਸਾਨੂੰ ਕਿਤੇ ਨਾ ਕਿਤੇ ਅੰਦਰ ਪਿੱਛੇ ਹੱਡੀਆਂ ਨੇ, ਮਿੱਟੀ ਦੀ ਢੇਰੀ ਹੈ ਇੰਨੀ ਕੁ, ਤੇ ਉਹ ਤੋਂ ਬਾਅਦ 4 ਹੱਡੀਆਂ ਨੇ, ਉਹ ਜਿੱਥੇ ਮਰਜ਼ੀ ਚੱਕੀ ਫਿਰੋ, ਕੀ ਫਰਕ ਪੈ ਜਾਏਗਾ? ਨਾਮ ਵੀ ਪਾਓ, ਦੱਬ ਦਿਓ ਕਿਤੇ, ਦਫਨ ਕਰ ਦਿਓ, ਉੱਥੇ ਟੋਆ ਪੱਟੋ, ਨਾਲ ਹੀ ਦੱਬ ਦਿਓ ਕਿਤੇ, ਨੇੜੇ ਦੇ ਪਾਣੀ ਚ ਵਹਾ ਦਿਓ ਕਿਤੇ। ਆਪਣੇ ਗੋਬਿੰਦਗੜ੍ਹ ਮੜੀਆਂ ਦੇ ਬਿਲਕੁਲ ਸਾਹਮਣੇ ਸੂਆ ਚੱਲਦਾ, ਐਵੇਂ ਉਹ ਤੁਸੀਂ 150 ਕਿਲੋਮੀਟਰ ਜਾਂਦੇ ਹੋ, 150 ਆਉਂਦੇ ਹੋ, ਦਿਹਾੜੀ ਖਰਾਬ ਕਰਦੇ ਹੋ, ਜਾ ਕੇ ਉੱਥੇ ਸਾਹਮਣੇ ਪਾ ਦਿਓ ਜਾ ਕੇ, ਉਹ ਵੀ ਪਾਣੀ ਹੈ, ਉਹ ਵੀ ਪਾਣੀ ਹੈ। ਉਹ ਤੇ ਵਿੱਚੋਂ ਨਿਕਲ ਗਈ ਨਾ, ਜਿਹਦਾ ਲੇਖਾ ਹੋਣਾ, ਜਿਹਦੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਦੁੱਖ ਸੁੱਖ ਲੱਗਣਾ ਹੈ, ਨਰਕ ਸਵਰਗ ਜਾਣਾ, ਉਹ ਤੇ ਚੀਜ਼ ਨਿਕਲ ਗਈ ਵਿੱਚੋਂ। ਉਹ ਤੇ ਹੁਣ ਕਰਮੀ ਆਪੋ ਆਪਣੀ, ਕੀ ਨੇੜੇ ਕੇ ਦੂਰ। ਅਸੀਂ ਫਿਰ ਮਿੱਟੀ ਨੂੰ ਚੱਕੀ ਫਿਰਦੇ ਆ, ਮਿੱਟੀ ਨੂੰ ਐਂ ਕਰ ਦਿਓ ਜੀ, ਨੂੰ ਕਰ ਦਿਓ ਜੀ, ਕੀ ਹੋ ਜਾਏਗਾ? ਪਰ ਜਿਹੜਾ ਜ਼ਮਾਨਾ, ਜਿਹੜਾ ਸੰਸਾਰ ਜੇ ਕਹਿ ਰਿਹਾ ਜੀ ਅਸੀਂ ਮਾਡਰਨ ਹੋ ਗਏ ਜੀ, ਅਸੀਂ ਵਿਗਿਆਨਿਕ ਯੁੱਗ ਚ ਆ ਗਏ, ਅਸੀਂ ਅਗਾਂਹ ਵਧੂ ਆ, ਅੱਜ ਦਾ ਮਨੁੱਖ ਚੰਦਰਮਾ ਤੇ ਪਹੁੰਚ ਗਿਆ, ਉਹ ਲੋਕ ਵੀ ਇਹ ਕੁਝ ਕਰਦੇ ਨੇ। ਵੱਡੀਆਂ ਵੱਡੀਆਂ ਡਿਗਰੀਆਂ, PhDਆਂ ਤੱਕ ਪੜ੍ਹੇ ਹੋਏ, ਕਾਲਜਾਂ ਯੂਨੀਵਰਸਿਟੀਆਂ ਚ ਪੜ੍ਹੇ ਹੋਏ ਟੀਚਰ, ਵਿਗਿਆਨੀ, ਡਾਕਟਰ,
ਹੋਰ ਪਤਾ ਨਹੀਂ ਜੱਜ ਜੁੱਜ ਸਾਰੇ ਇਸ ਪਾਸੇ ਤੁਰੇ, ਉੱਥੋਂ ਅਸੀਂ ਸਾਰੀ ਹਨੇਰੇ ਚ ਅਗਿਆਨੀ ਆ। ਸੰਸਾਰ ਦੀਆਂ ਡਿਗਰੀਆਂ ਤੇ ਐਡੀ ਐਡੀਆਂ ਚੱਕੀ ਫਿਰਦੇ ਆ, ਧਰਮ ਦਾ ਊੜਾ ਆੜਾ ਵੀ ਨਹੀਂ ਪਤਾ। ਪੜ੍ਹੇ ਲਿਖੇ ਲੋਕ ਵੀ ਚਲੋ ਵੀ ਹੱਦ ਹੋ ਗਈ, ਫਿਰ ਕਾਹਦੀ ਪੜ੍ਹਾਈ? ਗੁਰੂ ਸਾਹਿਬ ਕਹਿੰਦੇ ਪੜਿਆ ਸਭ ਅਨਪੜ੍ਹਿਆ ਹੋ ਗਿਆ, ਪੜ੍ਹਾਈ ਤੇਰੀ ਸਾਰੀ ਫੇਲ ਹੋ ਗਈ। ਧਰਮ ਦਾ ਊੜਾ ਆੜਾ ਨਹੀਂ ਆਇਆ ਸਾਨੂੰ। ਇਹ ਸਰੀਰ ਮਿੱਟੀ ਹੈ, ਇਹਨੂੰ ਪਹਿਲਾਂ ਹੀ ਮਹਾਰਾਜ ਨੇ ਇਹਨੂੰ ਮਿੱਟੀ ਕਹਿ ਦਿੱਤਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਭੱਜੇ ਫਿਰਦੇ ਆ ਨਾ ਆਪਾਂ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੇ ਬੋਲੇ ਦੌੜਿਓ ਫਿਰਤ ਹੈ। ਮਿੱਕੀ ਵੀਰ ਜੀ ਨੇ ਲਿਖਿਆ ਆਈਡੈਂਟੀ ਕ੍ਰਾਈਸਿਸ। ਵੀਰ ਜੀ ਇਹਨੂੰ ਥੋੜਾ ਜਿਹਾ ਡਿਸਕ੍ਰਾਈਬ ਕਰ ਦਿਓ, ਇਹਦਾ ਵਿਸਥਾਰ ਦਿਓ ਥੋੜਾ ਜਿਹਾ। ਆਈਡੈਂटिटी क्राइसिस। ਹਾਂਜੀ आइडेंटिटी क्राइसिस, आइडेंटिटी क्राइसिस। ਹਾਂਜੀ मतलब मैं अपने आप ਨੂੰ ਸ਼ਰੀਰ ਮੰਨ ਰਿਹਾ, ਲੇਕਿਨ ਮੈਂ ਹਾਂ ਐਕਚੁਅਲੀ ਆਤਮਾ। ਹਾਂ ਬਿਲਕੁਲ, ਹਾਂ ਵਧੀਆ ਗੱਲ ਹੈ, ਤੁਸੀਂ ਇਹਦਾ ਵਿਸਥਾਰ ਕਰਤਾ। ਹਾਂ ਇਹ ਗੱਲ ਨੂੰ ਸਮਝੋ ਸਾਰੇ, ਅਸੀਂ ਆਪਣੇ ਆਪ ਨੂੰ ਸਰੀਰ ਮੰਨਿਆ ਹੋਇਆ। ਸਰੀਰ ਬਿਲਕੁਲ ਆ ਜਿਹੜਾ ਦਿਸਦਾ ਨਾ, ਹਾਰਡ ਮਾਸ ਨਾੜੀ ਕੋ ਪਿੰਜਰ। ਸਰੀਰ ਕੀ ਸਾਡਾ? ਹਾਰਡ ਮਾਸ ਨਾੜੀ ਕੋ ਪਿੰਜਰ। ਇਹਦੇ ਵਿੱਚ ਕੀ ਹੈ? ਪੰਖੀ ਬਸਿਆ ਵਿਚਾਰਾ। ਜਿਹੜਾ ਵਿੱਚ ਪੰਖੀ ਹੈ, ਗੱਲ ਉਹਦੀ ਹੋ ਰਹੀ ਹੈ। ਦੇਖੋ ਸਰੀਰ ਤੇ ਇੱਕ ਨਿਯਮ ਦੇ ਵਿੱਚ, ਇੱਕ ਨੇਮ ਵਿੱਚ, ਇੱਕ ਮਰਿਆਦਾ ਵਿੱਚ ਚੱਲ ਰਿਹਾ ਹੈ। ਸਰੀਰ ਸਾਰਿਆਂ ਦਾ ਇੱਕੋ ਲਿਮਟ 'ਚ ਚੱਲੇਗਾ, ਇੱਕੋ ਵਿਧੀ ਵਿਧਾਨ 'ਚ ਚੱਲੇਗਾ। ਭਾਵੇਂ ਉਹ ਸਾਕਤ ਹੈ, ਭਾਵੇਂ ਮਨਮੁਖ ਹੈ, ਭਾਵੇਂ ਗੁਰਮੁਖ ਹੈ, ਭਾਵੇਂ ਚੰਗਾ ਹੈ, ਭਾਵੇਂ ਮਾੜਾ ਹੈ, ਭਾਵੇਂ ਚੋਰ ਹੈ, ਭਾਵੇਂ ਸਾਧੂ ਹੈ, ਭਾਵੇਂ ਸ਼ਰਾਬੀ ਹੈ, ਭਾਵੇਂ ਭਗਤ ਹੈ, ਭਾਵੇਂ ਗੋਰਾ, ਭਾਵੇਂ ਕਾਲਾ, ਭਾਵੇਂ ਦੇਸੀ, ਭਾਵੇਂ ਵਿਦੇਸ਼ੀ, ਭਾਵੇਂ ਗੂੰਗਾ, ਭਾਵੇਂ ਬੋਲਾ, ਭਾਵੇਂ ਅੰਨਾ, ਭਾਵੇਂ ਸੁਜਾਖਾ। ਸਰੀਰ ਸਾਰਿਆਂ ਦਾ ਇੱਕੋ ਜਿਹਾ ਚੱਲ ਰਿਹਾ ਨਾ। ਬਚਪਨ ਹੁੰਦਾ, ਜਵਾਨੀ, ਬੁਢਾਪਾ। ਇਹ ਨਹੀਂ ਵੀ ਸਾਧੂ ਸੰਤ ਤੇ ਬੁਢਾਪਾ ਨਹੀਂ ਆਉਂਦਾ, ਚੋਰਾਂ ਤੇ ਆਉਂਦਾ, ਜਾਂ ਚੋਰਾਂ ਤੇ ਨਹੀਂ ਆਉਂਦਾ, ਸਾਧੂਆਂ ਸੰਤਾਂ ਤੇ ਆਉਂਦਾ। ਸਭ ਤੇ ਬੁਢਾਪਾ ਆਉਂਦਾ, ਸਭ ਨੂੰ ਮੌਤ ਵੀ ਆਉਂਦੀ ਹੈ। ਸਰੀਰ ਨੂੰ ਆਉਂਦੀ ਹੈ, ਜ਼ਮੀਰ ਨੂੰ ਨਹੀਂ ਆਉਂਦੀ, ਆਤਮਾ ਨੂੰ ਨਹੀਂ ਆਉਂਦੀ। ਪਰ ਅਸੀਂ ਸਵਾਰ ਸਰੀਰ ਰਹੇ ਹਾਂ, ਅਸੀਂ ਸਰੀਰ ਨਾਲ ਜੁੜੇ ਹਾਂ। ਅਨੇਕ ਯਤਨ ਕਰ ਕਾਇਆ ਪਾਲੀ, ਮਰਤੀ ਬਾਹਰ ਅਗਨ ਸੰਗ ਜਾਲੀ। ਬੜੀਆਂ ਮਿਹਨਤਾਂ ਕਰਕੇ ਸਰੀਰ ਸਵਾਰਿਆ, ਸ਼ਿੰਗਾਰਿਆ, ਕਰੀਮਾਂ ਪਾਊਡਰ ਲਾ ਲਾ ਕੇ, ਧਾਗੇ ਲਾ ਲਾ ਕੇ, ਹਨਾ। ਹੋਰ ਇਹਨੂੰ ਕਈ ਅਨੇਕ ਯਤਨ ਦਾ ਅਰਥ ਹੈ ਅਨੇਕਾਂ ਯਤਨ ਕਰਕੇ, ਅਨੇਕਾਂ ਤਰੀਕੇ ਲਾ ਕੇ ਸਰੀਰ ਨੂੰ ਘੜਦਾ ਰਿਹਾ, ਸਰੀਰ ਦਾ ਸਵਾਰਦਾ ਰਿਹਾ। ਹਾਏ ਮੇਰੇ ਧੌਲੇ ਨਾ ਆ ਜਾਣ, ਰੰਗ ਚਿੱਟਾ ਨਾ, ਵਾਲ ਚਿੱਟੇ ਨਾ ਹੋ ਜਾਣ ਜੀ, ਝੁਰੜੀਆਂ ਨਾ ਪੈ ਜਾਣ ਜੀ, ਆਹ ਨਾ ਹੋ ਜਾਏ, ਉਹ ਨਾ ਹੋ ਜਾਏ। ਮਹਾਰਾਜ ਕਹਿੰਦੇ ਪਰ ਜਦੋਂ ਮਰਿਆ ਸਾਰਿਆਂ ਦੀ ਅੱਗ ਲਾ ਕੇ ਸਾੜਤਾ। ਸਾਰੇ ਇੱਕੋ ਲੈਣ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲਿਆ ਕਾਠ ਕੈ ਸੰਗਾ। ਚੰਦਨ ਦੇ ਲੇਪ ਲਾਉਂਦਾ ਸੀ, ਖੁਸ਼ਬੂਆਂ ਲਾਉਂਦਾ ਸੀ, ਪਰ ਜਲ ਲੱਕੜਾਂ ਵਿੱਚ ਰੱਖ ਕੇ ਛੱਡਤਾ, ਕਿਉਂਕਿ ਮਿੱਟੀ ਸੀ। ਤੂੰ ਮਿੱਟੀ ਨਾਲ ਜੁੜਿਆ, ਪਛਾਣ ਮਿੱਟੀ ਦੱਸਦਾ ਰਿਹਾ। ਕਹਿੰਦੇ ਹੁਣ ਹਾਲਾਤ ਕੀ ਹੋ ਗਈ, ਨਤੀਜਾ ਕੀ ਨਿਕਲਿਆ? ਕਹੋ ਕਬੀਰ ਸੁਨੋ ਰੇ ਗੁਨੀਆਂ, ਬਿਨਸੈ ਗੋ ਰੂਪ ਦੇਖਿਆ ਸਭ ਦੁਨੀਆ। ਰੂਪ ਬਿਨਸਦਾ, ਰੂਪ ਬਿਨਸ ਜਾਏਗਾ, ਦੁਨੀਆ ਤਮਾਸ਼ਾ ਦੇਖਦੀ ਹੈ। ਤਾਂ ਮਹਾਰਾਜ ਨੇ ਕਿਹਾ ਸੀ ਅਸਲ 'ਚ ਵੀ ਅਸੀਂ ਮਿੱਟੀ ਨਾਲ ਨਹੀਂ, ਸਾਡਾ ਜਿਉਂਦੇ ਜੀ ਮਿੱਟੀ ਨਾਲ ਮੋਹ ਤੋੜਿਆ ਮਹਾਰਾਜ। ਮੁਸਲਮਾਨ ਦਾ ਇੱਥੇ ਜਿਹੜਾ ਕਹਿਣ ਦਾ ਭਾਵ ਸੀ ਕਿ ਇਹ ਹਲੇ ਵੀ ਮਰਨ ਤੋਂ ਬਾਅਦ ਵੀ ਮਿੱਟੀ ਨਾਲ ਜੁੜਿਆ ਹੋਇਆ ਹੈ। ਹਿੰਦੂ ਮਤ ਵਿੱਚ ਵੀ ਇਹ ਗੱਲ ਹੈ, ਉਹ ਭਾਵੇਂ ਜਨਮ ਮਰ ਵੀ ਮੰਨਦੇ ਨੇ, ਪਰ ਅੱਗੇ ਦਾ ਫਿਕਰ ਉੱਥੇ ਵੀ ਖੜਾ ਹੈ ਵੀ ਕਿਤੇ ਪਰਤ ਕੇ ਵਾਪਸ ਨਾ ਆ ਜਾਏ। ਤਾਂ ਹੀ ਜਿੰਨਾ ਹੁੰਦਾ ਬਾਅਦ ਦੇ ਵਿੱਚ ਦਾਨ ਪੁੰਨ ਕੀਤੇ ਜਾਂਦੇ ਨੇ, ਪਿੰਡ ਭਰਾਏ ਜਾਂਦੇ ਨੇ, ਸ਼ਰਾਧ ਕੀਤੇ ਜਾਂਦੇ ਨੇ, ਹੋਰ ਬੜਾ ਕੁਛ ਕੀਤਾ ਜਾਂਦਾ। ਕਿਉਂ? ਕਿਉਂਕਿ ਆਤਮਾ ਮੁਕਤ ਹੋ ਜਾਏ, ਇਹਨੂੰ ਫੇਰ ਕਿਤੇ ਮਨੁੱਖੀ ਜਾਮੇ 'ਚ ਨਾ ਆਉਣਾ ਪੈ ਜਾਏ। ਇਸ ਗੱਲ ਨੂੰ ਮੰਨਦੇ ਨੇ, ਫੇਰ ਇਹਨੂੰ ਸਰੀਰ 'ਚ ਨਾ ਆਉਣਾ ਪੈ ਜਾਏ। ਹੁਣ ਮਹਾਰਾਜ ਕਹਿੰਦੇ ਵੀ ਅਸਲ 'ਚ ਗੱਲ ਇਹ ਹੈ ਵੀ ਅਸੀਂ ਮਿੱਟੀ ਨਾਲ ਹੀ ਜੁੜੇ ਹੋਏ ਹਾਂ। ਮਿੱਟੀ ਮੁਸਲਮਾਨ ਕੀ ਪੀੜ ਹੈ ਪਈ ਘੁਮਿਆਰ। ਹਾਲਾਤ ਕੀ ਹੁੰਦੀ ਹੈ ਘੁਮਿਆਰ ਪੀੜ ਦਾ? ਘੜਪਣ ਡੇਟੇ ਗਿਆ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂ ਅੰਗਿਆਰ। ਜਲਦੀ ਹੈ, ਰੋਂਦੀ ਹੈ। ਬੱਪੜੀ ਦਾ ਅਰਥ ਹੁੰਦਾ ਵਿਚਾਰੀ, ਝੜ ਝੜ ਪਵੇ ਅੰਗਿਆਰ। ਜਦੋਂ ਮਿੱਟੀ ਜਲਦੀ ਹੈ ਨਾ, ਅੰਗਿਆਰੇ ਝੜਦੇ ਨੇ, ਅੰਗਿਆਰੇ ਅੰਗਿਆਰ ਫੁੱਟਦੇ ਹੁੰਦੇ ਆ ਨਾ ਜਦੋਂ ਅੱਗ ਲੱਗਦੀ ਹੈ, ਬਹੁਤ ਨਿੱਕੇ ਨਿੱਕੇ ਚੰਗਿਆਰੇ ਉਹ ਨਿਕਲਦੇ ਨੇ ਵਿੱਚੋਂ। ਝੜ ਝੜ ਪਵੇ ਅੰਗਿਆਰ, ਨਾਨਕ ਜਿਨ ਕਰਤਾ ਕਾਰਨ ਕੀਆ, ਸੋ ਜਾਣੇ ਕਰਤਾਰ। ਹੁਣ ਦੇਖੋ ਆਹ ਗੱਲ ਸਮਝਣ ਵਾਲੀ ਹੈ ਇੱਥੇ। ਹੁਣ ਇੱਥੇ ਮੈਂ ਆਪ ਜੀ ਇਤਿਹਾਸ ਦੇ ਨਾਲ ਥੋੜਾ ਜਿਹਾ ਆਪਾਂ ਜੁੜੀਏ, ਪਿੱਛੇ ਜਾਣਾ ਪਏਗਾ ਆਪਾਂ ਨੂੰ। ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ 7ਵੇਂ ਪਾਤਸ਼ਾਹ ਤੋਂ ਸੁਨੇਹਾ ਪੁੱਜਦਾ ਹੈ 7ਵੇਂ ਪਾਤਸ਼ਾਹ ਕੋਲ ਕਿ ਤੁਸੀਂ
ਆਪ ਆ ਕੇ ਸਾਡੇ ਕੁਝ ਸ਼ੰਕੇ ਨੇ ਉਹਨਾਂ ਨੂੰ ਨਿਵਰਤ ਕਰੋ ਤੇ ਉਹਨਾਂ ਦਾ ਜਵਾਬ ਦਿਓ। ਸਾਡੇ ਮਨ ਚ ਗੁਰਮਤ ਦੇ ਨਾਲ ਕੁਝ ਸ਼ੰਕੇ ਨੇ, ਕੁਝ ਆਪਣੇ ਮਤਭੇਦ ਨੇ, ਉਹਨਾਂ ਨੂੰ ਦੂਰ ਕਰੋ। ਗੁਰੂ ਸਾਹਿਬ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਸੰਗਤ ਨੇ ਕਿਹਾ ਵੀ ਗੁਰੂ ਸਾਹਿਬ ਤੁਸੀਂ ਆਪ ਨਾ ਜਾਓ, ਇਹ ਕੋਈ ਐਡਾ ਮਸਲਾ ਨਹੀਂ ਹੈ, ਤੁਸੀਂ ਕੋਈ ਸਿੱਖ ਭੇਜ ਦਿਓ ਜਾਂ ਤੁਹਾਡੇ ਦੋ ਸੁਪੁੱਤਰ ਨੇ, ਦੋਨੇ ਲਾਇਕ ਨੇ, ਉਹਨਾਂ ਨੂੰ ਭੇਜ ਦਿਓ। ਮਹਾਰਾਜ ਨੇ ਬਾਬਾ ਰਾਮ ਰਾਏ ਜੀ ਦੀ ਡਿਊਟੀ ਲਾ ਦਿੱਤੀ। 14 ਸਾਲ ਦੀ ਉਹਨਾਂ ਦੀ ਉਮਰ ਸੀ ਜੀ ਬਾਬਾ ਰਾਮ ਰਾਏ ਜੀ ਦੀ, ਤੇ ਉਹ ਬੜੇ ਹਾਜ਼ਰ ਜਵਾਬ ਸਨ, ਬੜੀ ਸ਼ਾਰਪ ਮਾਈਂਡ ਸਨ, ਬੜੇ ਗਹਿਰੀ ਪ੍ਰਵਿਰਤੀ ਵਾਲੇ ਸਨ, ਡੂੰਗੀ ਗਹਿਰੀ ਸੋਚ ਵਾਲੇ ਸਨ। ਤੇ ਚਲੋ ਮੈਂ ਇਹਨੂੰ ਨੇੜੇ ਰੱਖਾਂ, ਆਪਾਂ ਤਕਰੀਬਨ ਸਾਰੇ ਪਹੁੰਚੇ ਨੇ। ਸਵਾਲ ਜਵਾਬ ਹੋਏ, 52 ਤਰ੍ਹਾਂ ਦੀਆਂ ਉਹਨਾਂ ਤੇ ਪ੍ਰੀਖਿਆਵਾਂ ਪਾਈਆਂ ਗਈਆਂ, ਕਈਆਂ ਨੇ 52 ਸਵਾਲਾਂ ਦਾ ਜਵਾਬ ਕੀਤਾ, ਪਰ ਚਲੋ ਗਿਣਤੀ ਘੱਟ ਵੱਧ ਹੋ ਸਕਦੀ ਹੈ। ਤੇ ਜਦੋਂ ਬਾਬਾ ਰਾਮ ਰਾਏ ਜੀ ਨੇ ਹਰ ਇੱਕ ਪੱਖ ਨੂੰ ਬੜੇ ਤਰੀਕੇ ਨਾਲ, ਬੜੇ ਵਿਸਥਾਰ ਨਾਲ, ਬੜੇ ਵਧੀਆ ਜੁਗਤੀ ਨਾਲ, ਬੜੇ ਸੋਹਣੇ ਤਰੀਕੇ ਸਲੀਕੇ ਨਾਲ ਉੱਤਰ ਦਿੱਤਾ, ਉਹਨਾਂ ਦੀ ਤਸੱਲੀਆਂ ਕਰਵਾ ਦਿੱਤੀਆਂ, ਹਰੇਕ ਸ਼ੰਕਾ ਉਹਨਾਂ ਦਾ ਨਿਵਰਤ ਕਰਵਾ ਦਿੱਤਾ, ਜਿਹੜੇ ਮਤਭੇਦ ਸਨ ਉਹਨਾਂ ਦੇ ਦੂਰ ਕਰ ਦਿੱਤੇ। ਉਹ ਬੜੇ ਹੈਰਾਨ ਹੋਏ ਵੀ 14 ਸਾਲ ਦਾ ਇੱਕ ਨਿੱਕਾ ਜਿਹਾ ਲੜਕਾ, 12 ਸਾਲ ਤੋਂ ਬਾਅਦ ਜਵਾਨੀ ਸ਼ੁਰੂ ਹੁੰਦੀ ਹੈ, 12 ਸਾਲ ਤਾਂ ਬਚਪਨ ਚ ਨਿਕਲ ਜਾਂਦੇ ਨੇ, ਵੀ 14 ਸਾਲ ਦਾ ਲੜਕਾ ਸਾਡੇ ਇੱਥੇ ਵੱਡੇ ਵੱਡੇ ਵਿਦਵਾਨਾਂ ਨੂੰ, ਫਿਲਾਸਫਰਾਂ ਨੂੰ, ਗੁਣੀ ਗਿਆਨੀਆਂ ਨੂੰ ਮਾਤ ਪਾਈ ਜਾਂਦਾ ਹੈ। ਹਰੇਕ ਗੱਲ ਦਾ ਜਵਾਬ ਹੈ, ਹਰੇਕ ਗੱਲ ਦਾ ਉੱਤਰ ਦੇ ਰਹੇ। ਕੀ ਕਰੀਏ? ਇਹ ਤਾਂ ਸਾਡੀ ਇਸ ਤਰ੍ਹਾਂ ਨਾਲ ਇਨਸਲਟ ਹੋ ਰਹੀ ਹੈ, ਸਾਡੀ ਹੇਠੀ ਹੋ ਰਹੀ ਹੈ, ਇਹਨੂੰ ਕਿਸੇ ਤਰੀਕੇ ਨਾਲ ਅਲਝਾਓ। ਉਹਨਾਂ ਨੇ ਫਿਰ ਕਿਹਾ, ਕਹਿੰਦੇ ਵੀ ਆਪਾਂ ਇਹਨਾਂ ਨੂੰ ਇਹ ਪੁੱਛਦੇ ਹਾਂ, ਜਿਹੜਾ ਇਹਨਾਂ ਦੇ ਗੁਰਬਾਣੀ ਵਿੱਚ ਆਹ ਲਿਖਿਆ ਹੋਇਆ, ਮਿੱਟੀ ਮੁਸਲਮਾਨ ਕੀ ਪੇੜੇ ਪੈ ਘੁਮਿਆਰ, ਘਰ ਭਾਂਡੇ ਟਕੇ ਜਲਦੀ ਕਰੇ ਪੁਕਾਰ, ਕਹਿੰਦੇ ਫਿਰ ਇਸ ਕਰ ਸ਼ਬਦ ਗਾ ਕੇ ਸੁਣਾਇਆ। ਭਾਵ ਉਹਨਾਂ ਨੂੰ ਪੁੱਛਿਆ, ਕਹਿੰਦੇ ਰਾਮ ਰਾਏ ਜੀ ਆਹ ਜਿਹੜੀ ਲਾਈਨ, ਇਹ ਸ਼ਬਦ ਤੁਹਾਡੀ ਗੁਰਬਾਣੀ ਚ ਲਿਖਿਆ, ਕੀ ਇਹਨੂੰ ਅਸੀਂ ਇਸਲਾਮ ਦੀ ਕੁਤਾਹੀ ਨਾ ਮੰਨੀਏ? ਸਾਡੇ ਮੁਤਾਬਿਕ ਇਹ ਮੁਸਲਮਾਨਾਂ ਦੀ, ਇਸਲਾਮ ਦੀ ਕੁਤਾਹੀ ਕੀਤੀ ਹੈ। ਭਾਵ ਤੁਸੀਂ ਸਾਡੀ ਤੋਹੀਨ ਕੀਤੀ ਹੈ ਗੱਲ ਕਹਿ ਕੇ ਵੀ ਮੁਸਲਮਾਨ ਦੀ ਮਿੱਟੀ ਨੂੰ ਘੁਮਿਆਰ ਪੇੜਦਾ। ਹੁਣ ਇੱਥੇ ਹੋਇਆ ਕੀ? ਦੇਖੋ ਇਹ ਚੋਂ ਨਾ, ਇਸ ਸਾਖੀ ਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਸਾਨੂੰ। ਜਦੋਂ ਬਾਬਾ ਰਾਮ ਰਾਏ ਤੁਰਨ ਲੱਗੇ ਨਾ, ਗੁਰੂ ਹਰਰਾਏ ਸਾਹਿਬ ਮਹਾਰਾਜਾ ਨੇ ਕਿਹਾ ਸੀ, ਬੇਟਾ ਔਰੰਗਜ਼ੇਬ ਦੇ ਦਰਬਾਰ ਚੱਲਿਆ, ਹਿੰਦੁਸਤਾਨ ਦਾ ਬਾਦਸ਼ਾਹ, ਬੜਾ ਕੱਟੜ ਹੈ, ਬੜਾ ਮੁਤੱਸਬੀ ਹੈ, ਬੜਾ ਹੰਕਾਰੀ ਹੈ, ਉਹਦੇ ਪ੍ਰਭਾਵ ਥੱਲੇ ਨਾ ਜਾਇਓ। ਉਹ ਮਾਇਆ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰੇਗਾ, ਡਰਾਉਣ ਦੀ, ਲਾਲਚ ਦੇਣ ਦੀ, ਕਈ ਤਰੀਕਾਂ ਨਾਲ ਤੁਹਾਨੂੰ ਪਰਤਾਉਣ ਦੀ ਕੋਸ਼ਿਸ਼ ਕਰੇਗਾ, ਪਰ ਧਿਆਨ ਵਿੱਚ ਰੱਖਣਾ, ਭਰਮ ਵਿੱਚ ਪੈ ਕੇ ਉਹਦੀ ਅਧੀਨਗੀ ਕਬੂਲ ਨਾ ਕਰ ਦਿਓ, ਡਰ ਨਾ ਜਾਈ। ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਕੇ, ਅੰਤਰਾਤਮਾ ਅੱਗੇ ਅਰਦਾਸ ਕਰਕੇ, ਗੁਰੂ ਮੇਰਾ ਸੰਗ ਸਦਾ ਹੈ ਨਾਲੇ ਪੜ੍ਹ ਕੇ ਜੁੜੋਗੇ ਤੇ ਤੁਹਾਡੀ ਚੜ੍ਹਦੀ ਕਲਾ ਹੋਏਗੀ, ਜਿੱਤ ਹੋਏਗੀ। ਜਿੱਥੇ ਤੱਕ ਤੇ ਇਹ ਗੱਲ ਬਾਬਾ ਰਾਮ ਰਾਏ ਜੀ ਨੇ ਰੱਖੀ, ਅੰਦਰੋਂ ਆਪਣੇ ਗੁਰ ਅੰਤਰਾਤਮਾ ਨਾਲ ਜੁੜੇ ਰਹੇ, ਗੁਰੂ ਮੇਰਾ ਸੰਗ ਸਦਾ ਹੈ ਨਾਲੇ, ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਕਰਕੇ ਉਦੋਂ ਤੱਕ ਚੜ੍ਹਦੀ ਕਲਾ ਰਹੇ ਜਵਾਬ ਦਿੰਦੇ ਰਹੇ। ਪਰ ਜਦੋਂ ਆਹ ਗੱਲ ਉਹਨੇ ਕਹੀ ਨਾ, ਉਹਦੇ ਮਨ ਦੇ ਵਿੱਚ ਇੱਕ ਸ਼ੰਕਾ ਆ ਗਿਆ ਬਾਬਾ ਰਾਮ ਰਾਏ ਜੀ ਦੇ। ਕਹਿੰਦੇ ਵੀ ਜਿੰਨਾ ਹੁਣ ਤੱਕ ਮੇਰਾ ਇਹਨਾਂ ਦੇ ਮਨ ਤੇ ਪ੍ਰਭਾਵ ਬਣਿਆ, ਮੇਰਾ ਦਬਦਬਾ ਬਣਿਆ ਵੀ ਇਹ ਮੈਨੂੰ ਮੰਨਣ ਲੱਗ ਪਏ ਵੀ ਹਾਂ ਸਾਰੇ ਮੰਨਦੇ ਨੇ ਵੀ ਛੋਟੀ ਉਮਰ ਦੇ ਲੜਕੇ ਨੇ ਬੜੀ ਸੋਹਣੇ ਜਵਾਬ ਦਿੱਤੇ ਨੇ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਬੜਾ ਤੇਜ਼ ਹੈ, ਬੜਾ ਸਿਆਣਾ ਬੰਦਾ ਹੈ। ਕਹਿੰਦੇ ਪ੍ਰਭਾਵ ਮੇਰਾ ਖਤਮ ਹੋ ਜਾਣਾ। ਦੇਖੋ ਆਪਣੀ ਅਕਲ ਵਰਤ ਲਈ, ਗੁਰੂ ਕੀ ਬਾਤ ਛੱਡ ਕੇ ਆਪਣੀ ਅਕਲ ਵਰਤੀ, ਪ੍ਰਭਾਵ ਕਬੂਲ ਕਰ ਲਿਆ ਵੀ ਔਰੰਗਜ਼ੇਬ ਨੂੰ ਖੁਸ਼ ਕਰੀਏ ਵੀ ਕਿਤੇ ਨਾਰਾਜ਼ ਨਾ ਹੋ ਜਾਏ। ਚਲਾਕੀ ਵਰਤੀ ਤੇ ਕਹਿੰਦੇ ਵੀ ਨਹੀਂ ਜਹਾਂਪਨਾ, ਤੁਹਾਨੂੰ ਭੁਲੇਖਾ ਲੱਗਾ, ਉੱਥੇ ਅਸਲ ਵਿੱਚ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਪੇੜਾ ਪਈ ਘੁਮਿਆਰ ਹੈ। ਗੁਰੂ ਨਾਨਕ ਸਾਹਿਬ ਨੇ ਬੇਈਮਾਨ ਲਿਖਿਆ ਸੀ, ਪਰ ਲਿਖਾਰੀ ਨੇ ਭੁੱਲ ਕੇ ਉਹਨੂੰ ਮੁਸਲਮਾਨ ਲਿਖ ਦਿੱਤਾ। ਜਦੋਂ ਉਹਨਾਂ ਨੇ ਇਹ ਸੁਣਿਆ ਤੇ ਉੱਥੇ ਉਹ ਤੇ ਹੁਣ ਸਾਰੇ ਖੁਸ਼ ਹੋ ਗਏ, ਔਰੰਗਜ਼ੇਬ ਖੁਸ਼ ਹੋ ਗਿਆ, ਦਰਬਾਰੀ ਖੁਸ਼ ਹੋ ਗਏ ਵੀ ਚਲੋ ਵੀ ਹਾਂ ਸਾਡੀ ਗੱਲ ਨਹੀਂ ਹੋ ਰਹੀ ਜੀ। ਪਰ ਬੇਈਮਾਨ ਤੇ ਕੋਈ ਵੀ ਹੋ ਸਕਦਾ, ਬੇਈਮਾਨ ਤੇ ਸਿੱਖ ਵੀ ਹੁੰਦੇ ਨੇ, ਸਾਡੇ ਚ ਅੱਜ ਵੀ ਬਹੁਤ ਨੇ, ਹੋਰ ਕਿਸੇ ਵੀ ਜਾਤ ਧਰਮ ਮਜ਼ਹਬ ਦਾ ਬੰਦਾ ਹੋ ਸਕਦਾ ਬੇਈਮਾਨ। ਬੇਈਮਾਨ ਪ੍ਰਵਿਰਤੀ ਹੈ, ਬੇਈਮਾਨ ਮਨ ਦੀ ਅਵਸਥਾ ਹੈ। ਮੁਸਲਮਾਨ ਸਰੀਰ ਦੇ ਨਾਲ ਜੁੜਿਆ ਹੈ, ਇੱਕ ਧਰਮ ਹੈ, ਮਜ਼ਹਬ ਹੈ। ਉੱਥੇ ਗੱਲ ਮੁਸਲਮਾਨਾਂ ਦੀ ਹੋ ਰਹੀ ਹੈ, ਉਹਨਾਂ ਦੀ ਸ਼ਰਅ ਦੀ ਹੋ ਰਹੀ ਹੈ, ਉਹਨਾਂ ਦੇ ਅੰਤਿਮ ਸੰਸਕਾਰ ਵੇਲੇ ਜੋ ਰੀਤੀ ਅਪਣਾਈ ਜਾਂਦੀ ਉਹਦੀ ਹੋ ਰਹੀ ਹੈ। ਫਰਕ ਸੀ ਇਸ ਗੱਲ ਦਾ। ਗੁਰੂ ਸਾਹਿਬ ਨੇ ਮੁਸਲਮਾਨ ਦੀ ਗੱਲ ਕੀਤੀ ਹੈ, ਉਹ ਕਹਿੰਦੇ ਵੀ ਬੇਈਮਾਨ ਦੀ ਗੱਲ ਹੋਈ ਹੈ। ਗੁਰੂ ਨਾਨਕ ਲਿਖਾਰੀ ਦੀ ਭੁੱਲ ਕਹਿ ਦਿੱਤਾ, ਸਿੱਧਾ ਅਟੈਕ ਗੁਰੂ ਨਾਨਕ ਸਾਹਿਬ ਤੇ ਸੀ ਤੇ ਬਾਦਸ਼ਾਹ ਤੇ ਖੁਸ਼ ਹੋ ਗਿਆ। ਪਰ ਜਦੋਂ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਨਾ, ਮਹਾਰਾਜ ਗੁਰੂ ਹਰਰਾਏ ਸਾਹਿਬ ਜੀ ਨੂੰ ਪਤਾ ਲੱਗਾ, ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਕਰੋ, ਹੁਣ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ ਨਾ ਲੱਗੇ, ਜਿੱਧਰ ਮੂੰਹ ਉੱਧਰ ਚਲਾ ਜਾਵੇ, ਕਿਉਂਕਿ ਉਹਨੇ ਗੁਰੂ ਨਾਨਕ ਦੇ ਉੱਪਰ ਉਂਗਲੀ ਚੁੱਕ ਲਈ, ਗੁਰੂ ਨਾਨਕ ਦੇ ਵਿੱਚ ਕਮੀ ਕੱਢਣ ਲੱਗ ਪਏ, ਆਪਣੇ ਆਪ ਨੂੰ ਸਿਆਣਾ ਮੰਨ ਰਿਹਾ।
ਇੱਕ ਸੰਸਾਰ ਦੇ ਕੂੜੇ ਝੂਠੇ ਬਾਦਸ਼ਾਹ ਨੂੰ ਖੁਸ਼ ਕੀਤਾ ਹੈ, ਜਿਹਨੂੰ ਬਾਣੀ ਕਹਿੰਦੀ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ। ਉਸ ਕੂੜ ਰਾਜੇ ਦੀ ਖੁਸ਼ੀ ਲਈ, ਚੰਦ ਛਿਲੜਾ ਲਈ ਉਹਨੇ ਰਾਜੇ ਦੀ ਖੁਸ਼ਾਮਦ ਕੀਤੀ ਹੈ, ਸੱਚ ਨੂੰ ਪਿੱਠ ਦਿਖਾ ਦਿੱਤੀ। ਸੱਚ ਤੋਂ ਵਾਕੀ ਹੋਇਆ, ਅੱਜ ਤੋਂ ਬਾਅਦ ਸਾਡਾ ਕੋਈ ਨਾਤਾ ਨਹੀਂ, ਭਾਵੇਂ ਸਾਡਾ ਪੁੱਤਰ ਹੈ। ਹੁਣ ਇੱਥੇ ਇੱਕ ਗੱਲ ਇਹ ਧਿਆਨ ਦੇਣੀ ਹੈ, ਜੋ ਗੁਰਮਤਿ ਦੇ ਸਿਧਾਂਤ ਨੇ ਬੜੇ ਸਖਤ ਵੀ ਨੇ, ਪਿਆਰੇ ਵੀ ਨੇ, ਸਖਤ ਵੀ ਨੇ, ਸਰਬੱਤ ਦੇ ਭਲੇ ਵਾਲੇ ਤਾਂ ਹੀ ਨੇ ਇਹ। ਜੇ ਤੇ ਹੁਣ ਹੁੰਦਾ ਕੋਈ ਅੱਜ ਵਾਂਗੂ ਲੀਡਰ, ਉਹਨੇ ਕਹਿਣਾ ਵੀ ਆਪਣਾ ਪੁੱਤ ਬਚਾਓ, ਹੋਰ ਜੋ ਹੁੰਦਾ ਹੋਈ ਜਾਵੇ। ਮਹਾਰਾਜ ਨੇ ਕਿਹਾ ਭਾਵੇਂ ਮੇਰਾ ਪੁੱਤਰ ਹੈ, ਪਰ ਜਿਹਨੇ ਇਹ ਕੁਤਾਹੀ ਕੀਤੀ ਹੈ, ਜਿਹਨੇ ਸੱਚ ਨਾਲ ਸਮਝੌਤਾ ਕਰ ਲਿਆ, ਝੂਠ ਮਗਰ ਤੁਰ ਪਿਆ, ਉਹ ਸਾਡਾ ਕੁਝ ਵੀ ਨਹੀਂ ਲੱਗਦਾ। ਝੂਠ ਨਾਲ ਰੱਤੀ ਮਾਤਰ ਸਮਝੌਤਾ ਕਦੇ ਵੀ ਨਹੀਂ ਹੋਏਗਾ। ਦੂਜੀ ਗੱਲ, ਗੁਰਬਾਣੀ ਨੂੰ ਬਦਲਣ ਦੀ ਜਾਂ ਗੁਰਬਾਣੀ ਨੂੰ ਇਸ ਤਰੀਕੇ ਨਾਲ ਪੜ੍ਹਨ, ਪੜ੍ਹਾਉਣ, ਸਮਝਣ, ਸਮਝਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜਿੱਥੇ ਗੁਰਬਾਣੀ ਦੇ ਅਰਥ ਭਾਵ ਬਦਲ ਜਾਣ। ਮੈਂ ਬਹੁਤ ਵਾਰੀ ਬੇਨਤੀ ਕੀਤੀ ਹੈ, ਪੜ੍ਹਨ ਲੱਗੇ ਕੋਈ ਵਰਡ ਮਿਸਟੇਕ ਹੋ ਜਾਂਦਾ ਹੈ, ਕੋਈ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਅੱਗੇ ਪਿੱਛੇ ਹੋ ਜਾਏ, ਕੋਈ ਗੱਲ ਨਹੀਂ, ਕਿਉਂਕਿ ਸਾਡੀ ਭਾਵਨਾ ਗਲਤ ਉਚਾਰਨ ਦੀ ਨਹੀਂ ਹੁੰਦੀ, ਪਰ ਸਾਨੂੰ ਉਹਦਾ ਪੂਰਾ ਸ਼ੁੱਧ ਉਚਾਰਨ ਪਤਾ ਨਹੀਂ ਹੁੰਦਾ, ਜਿਸ ਕਰਕੇ ਅਸੀਂ ਕਈ ਵਾਰੀ ਗਲਤੀ ਨਾਲ ਉਚਾਰਨ ਗਲਤ ਕਰ ਦਿੰਦੇ ਹਾਂ, ਉਹ ਬਖਸ਼ਿਆ ਜਾਂਦਾ। ਜਿਹਨੂੰ ਮਹਾਰਾਜ ਆਸਾ ਕੀ ਵਾਰ ਜੀ ਕਹਿੰਦੇ ਨੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਅਰ ਭਾਣੇ, ਅੰਦਰੋਂ ਦਿਲੋਂ ਭੁੱਲ ਨਹੀਂ ਕੀਤੀ, ਜਾਣ ਕੇ ਗਲਤੀ ਨਹੀਂ ਕੀਤੀ ਉਚਾਰਨ ਵਿੱਚ, ਬਾਹਰੋਂ ਭੁੱਲ ਚੁੱਕ ਹੋ ਗਿਆ, ਨਹੀਂ ਪਤਾ ਲੱਗਾ, ਚਲੋ ਉਹ ਕਿਤੇ ਹੁੰਦੀ ਉਹ ਭੁੱਲ। ਇੱਕ ਹੁੰਦੀ ਹੈ ਜਾਣ ਬੁੱਝ ਕੇ ਗਲਤੀ ਕਰਕੇ ਅਰਥ ਨੂੰ ਗਲਤ ਢੰਗ ਨਾਲ ਪੇਸ਼ ਕਰਨਾ, ਅਨਰਥ ਬਣਾ ਦਿੰਦੇ ਨੇ ਅਰਥ ਦੇ। ਜਾਣ ਬੁੱਝ ਕੇ ਗੱਲ ਨੂੰ ਹੋਰ ਗੇੜ ਦੇ ਦੇਣਾ, ਹੋਰ ਪਾਸੇ ਲੈ ਜਾਣਾ, ਇਹ ਕੁਤਾਹੀ ਹੁੰਦੀ ਹੈ, ਗੁਨਾਹ ਹੁੰਦਾ ਹੈ। ਗਲਤੀ ਵੀ ਨਹੀਂ, ਗੁਨਾਹ ਹੁੰਦਾ ਹੈ, ਇਹ ਨਹੀਂ ਬਖਸ਼ਿਆ ਜਾਂਦਾ। ਤਾਂ ਬਾਬਾ ਰਾਮ ਰਾਏ ਜੀ ਨੇ ਇਹ ਕੀਤਾ, ਤਾਂ ਗੁਰੂ ਸਾਹਿਬ ਕਹਿੰਦੇ ਵੀ ਸਾਡਾ ਕੁਝ ਨਹੀਂ ਲੱਗਦਾ, ਉਹਨੂੰ ਕਹਦੇ ਜਿੱਧਰ ਉੱਧਰ ਚਲਾ ਜਾ। ਹੁਣ ਇੱਥੇ ਹੁਣ ਕਹਿਣਾ ਕੀ ਚਾਹੀਦਾ ਸੀ ਅਸਲ 'ਚ, ਰਾਮ ਰਾਏ ਜੀ ਜੇ ਕਿਤੇ ਨੀਚੇ ਆ ਜਾਂਦੇ ਨਾ ਪੰਕਤੀ ਤੇ, ਵੀ ਦੇਖੋ ਗੱਲ ਇਹ ਹੈ ਵੀ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ, ਨਾਨਕ ਜਿਨ ਕਰਤਾ ਕਾਰਨ ਕੇ ਸੋ ਜਾਣੇ ਕਰਤਾ। ਇਹ ਤੇ ਜਿਸ ਕਰਤੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਵਿਧ ਬਣਾਈ ਹੈ, ਜਿਸ ਕਰਤੇ ਨੇ ਰਚਨ ਰਚਿਆ, ਉਹਨੇ ਇਹ ਖੇਡ ਬਣਾਈ ਹੈ, ਉਹਨੇ ਉਹ ਰੀਤੀ ਰਿਵਾਜ ਉਹਦੇ ਹੁਕਮ ਨਾਲ ਜਿਵੇਂ ਵੀ ਇਹਨਾਂ ਦੇ ਬਣੇ, ਕਰਤਾਰ ਹੀ ਜਾਣਦੇ ਅੱਗੇ ਮਿੱਟੀ ਦਾ ਕੀ ਬਣਦਾ, ਆਤਮਾ ਦਾ ਕੀ ਬਣਦਾ। ਵੀ ਗੁਰੂ ਨਾਨਕ ਨੇ ਅਸਲ 'ਚ ਤੋਹੀਨ ਵਾਸਤੇ ਨਹੀਂ ਇਹ ਸ਼ਬਦ ਉਚਾਰਿਆ, ਮੁਸਲਮਾਨਾਂ ਨੂੰ ਇਸਲਾਮ ਧਰਮ ਦੀ ਹੇਠੀ ਵਾਸਤੇ ਨਹੀਂ ਸੀ ਉਚਾਰਿਆ। ਉਹਨਾਂ ਨੇ ਇੱਕ ਸੱਚ ਜੋ ਆ ਗਿਆ, ਜੋ ਉਹਨਾਂ ਨੇ ਵੇਖ ਲਿਆ, ਜੋ ਉਹਨਾਂ ਦੇ ਪਕੜ 'ਚ ਆ ਗਿਆ, ਸਾਡੇ ਸਾਹਮਣੇ ਰੱਖਿਆ ਲਿਆ ਕੇ ਸੱਚ ਦੇਖਿਆ ਤੇ ਉਹਨਾਂ ਨੇ ਦੱਸ ਦਿੱਤਾ। ਤੇ ਫਿਰ ਇਹ ਵੀ ਕਹਿ ਦਿੱਤਾ ਵੀ ਇਹ ਤਾਂ ਜਿਨ ਕਰਤਾ ਕਾਰਨ ਕਿਹਾ, ਜਿਹੜੇ ਕਰਤੇ ਨੇ ਕਾਰਨ ਕੀਤਾ, ਸਾਰੀ ਖੇਡ ਉਹੀ ਜਾਣਦਾ, ਉਹਦੀਆਂ ਖੇਡਾਂ ਨੇ, ਉਹਦੇ ਰੰਗ ਨੇ, ਉਹਦੇ ਤਮਾਸ਼ੇ ਨੇ। ਰੂਹ, ਆਤਮਾ, ਮਨ, ਜੋਤ, ਸੋਲ ਅੱਗੇ ਚਲੀ ਜਾਂਦੀ ਹੈ, ਕਾਰਨ ਕਰਤਾ ਜਾਣਦਾ, ਫਿਰ ਕਿੱਥੇ ਜਾਂਦੀ ਹੈ, ਕਿਵੇਂ ਜਾਂਦੀ ਹੈ, ਕੀ ਹੁੰਦਾ, ਕਰਤਾਰ ਜਾਣਦਾ ਹੈ। ਪਰ ਕਰਤਾਰ ਨੇ ਸਾਨੂੰ ਇੰਨੀ ਸੂਝੀ ਦੇ ਦਿੱਤੀ ਵੀ ਇਹ ਮਿੱਟੀ ਨੂੰ ਇਸ ਤਰ੍ਹਾਂ ਨਾਲ ਜੁੜ ਕੇ ਤੁਹਾਡਾ ਕੁਝ ਨਹੀਂ ਸਵਰਨਾ। ਬਹੁਤਾ ਮਿੱਟੀ ਨਾਲ ਨਹੀਂ ਜੁੜੀਦਾ ਹੁੰਦਾ, ਮਿੱਟੀ ਮਿੱਟੀ ਨਹੀਂ ਕਰੀਦਾ ਹੁੰਦਾ। ਜ਼ਮੀਨ ਵੀ ਮਿੱਟੀ ਹੈ, ਸਰੀਰ ਵੀ ਮਿੱਟੀ ਹੈ, ਤੇ ਇਹਨਾਂ ਦੋਵਾਂ ਗੱਲਾਂ ਨਾਲ ਅੱਜ ਦਾ ਬੰਦਾ ਜੁੜਿਆ ਹੋਇਆ। ਇਹਨਾਂ ਦੋਵਾਂ ਗੱਲਾਂ ਪਿੱਛੇ ਲੜਾਈਆਂ ਝਗੜੇ ਨੇ, ਕਲੇਸ਼ ਨੇ, ਜੰਗਾਂ ਨੇ, ਇਹਦੇ ਪਿੱਛੇ ਜ਼ਮੀਨ ਪਿੱਛੇ। ਅੱਜ ਅਰਬ ਕੰਟਰੀਆਂ ਵਿੱਚ ਅਮਰੀਕਾ ਅਟੈਕ ਕਰਨ ਨੂੰ ਫਿਰਦਾ, ਕਿਉਂ? ਕਬਜ਼ਾ ਕਰਨਾ, ਕਹਿੰਦਾ ਜ਼ਮੀਨ ਮੇਰੀ ਹੋਵੇ, ਤੇਲ ਨਿਕਲਦਾ। ਕਿਸਾਨੀ ਜ਼ਮੀਨ ਤੇ ਸਰਕਾਰ ਕਬਜ਼ਾ ਕਰਨ ਨੂੰ ਫਿਰਦੀ ਹੈ, ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਸਰਕਾਰ ਦੇ ਮਨ 'ਚ ਬੇਈਮਾਨੀ ਆ ਗਈ ਕਿ ਕਬਜ਼ਾ ਅਸੀਂ ਕਰਨਾ ਹੈ, ਉੱਥੇ ਵੀ ਲੜਾਈ ਜ਼ਮੀਨ ਦੀ ਹੈ। ਜ਼ਮੀਨ ਕੀ ਹੈ? ਮਿੱਟੀ ਹੈ। ਹੁਣ ਕਿਤੇ ਸਾਨੂੰ ਇਹ ਗੱਲ ਸਮਝ ਵੀ ਅਸੀਂ ਖੁਦ ਮਿੱਟੀ ਹਾਂ, ਮਿੱਟੀ ਉਹ ਹੋ ਜਾਣਾ, ਮਿੱਟੀ 'ਚ ਰਹਿ ਜਾਣਾ। ਇਸ ਮਿੱਟੀ ਨੇ ਕਿਹੜਾ ਨਾਲ, ਨਾ ਆਹ ਮਿੱਟੀ ਨੇ ਨਾਲ ਜਾਣਾ, ਨਾ ਜਿਹੜੀ ਆ ਜ਼ਮੀਨ ਮਿੱਟੀ ਇਹਨੇ ਵੀ ਨਾਲ ਨਹੀਂ ਜਾਣਾ। ਲੜਾਈ ਕਿਸ ਗੱਲ ਦੀ ਹੈ? ਝਗੜਾ ਅਸਲ 'ਚ ਹੰਕਾਰ ਦਾ ਹੈ। ਹੰਕਾਰ ਨਹੀਂ ਟਿਕਣ ਦੇ ਰਿਹਾ ਸਾਨੂੰ ਅੰਦਰ। ਜਿਹੜਾ ਕਿੰਨਾ, ਸਾੜਾ, ਕ੍ਰੋਧ, ਨਫ਼ਰਤ ਦੀਆਂ ਅੱਗਾਂ ਨੇ, ਇਹ ਨਹੀਂ ਟਿਕਣ ਦੇ ਰਹੀਆਂ। ਲੋਭ, ਲਾਲਚ, ਤ੍ਰਿਸ਼ਨਾ ਦੀ ਅੱਗ, ਇਹ ਨਹੀਂ ਸਾਨੂੰ ਟਿਕੇ ਬੈਠਣ ਦੇ ਰਹੀ। ਉਹਨੂੰ ਸਾਂਭਣਾ ਸੀ, ਜ਼ਮੀਨਾਂ ਸਾਂਭਣ ਲੱਗ ਪਏ, ਧਿਆਨ ਉੱਤੇ ਦਿੰਦੇ, ਫੋਕਸ ਉੱਤੇ ਕਰਦੇ, ਅੱਗ ਉਹ ਬੁਝਾਉਂਦੇ, ਸ਼ਾਂਤ ਉਹਨੂੰ ਕਰਨਾ ਸੀ। ਮਨ ਦੇ ਉੱਪਰ ਨਾਮ ਦਾ ਪਾਣੀ ਪਾਉਣਾ ਸੀ, ਅੰਮ੍ਰਿਤ ਦਾ। ਉਹ ਹੁਣ ਉੱਥੇ ਬਾਹਰ ਪੱਥਰਾਂ ਤੇ ਪਾਣੀ ਪਾਈ ਜਾਂਦਾ, ਕੋਈ ਦੁੱਧ ਪਾਈ ਜਾਂਦਾ, ਇਹਨੂੰ ਠੰਡਾ ਕਰੋ। ਮੈਂ ਹੈਰਾਨ ਰਹਿ ਗਿਆ ਪਿੱਛੇ ਜੇ ਧਰਤੀ ਦਾ ਜਿਹੜਾ ਹੁੰਦਾ ਨਾ, ਉਹਨੂੰ ਕੀ ਕਹਿੰਦੇ ਨੇ, ਗੋਲ ਨਕਸ਼ਾ, ਹੁਣ ਹੈ ਗਲੋਬ, ਗਲੋਬ ਜਿਹੜਾ ਪੂਰੇ ਵਰਲਡ ਦਾ ਇੱਕ ਮੈਪ ਹੁੰਦਾ ਨਾ, ਗੋਲ ਗਲੋਬ ਜਿਹਨੂੰ ਕਹਿੰਦੇ,
ਉਹਦੇ ਉੱਪਰ ਪਾਣੀ ਤੇ ਉਹ ਕੱਚੀ ਲੱਸੀ ਪਾ ਰਹੇ ਨੇ, ਕਹਿੰਦੇ ਜੀ ਧਰਤੀ ਸੜ ਰਹੀ, ਇਹਨੂੰ ਠੰਡਾ ਕਰ ਰਹੇ, ਲੋ ਕਰ ਲੋ, ਹੱਦ ਹੋ ਗਈ। ਏਦਾਂ ਠੰਡੀ ਹੋਊਗੀ ਧਰਤੀ? ਅਕਲ ਦੇ ਅੰਨੇ ਕਿਹਨੂੰ ਕਹਿੰਦੇ ਨੇ? ਇਹਨਾਂ ਨੂੰ ਅਕਲ ਦੇ ਅੰਨੇ ਕਹਿੰਦੇ ਨੇ। ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ, ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾ ਏ, ਅੰਧੇ ਸਈ ਨਾਨਕਾ ਜੇ ਖਸਮੋਂ ਕੁੱਥੇ ਜਾਏ। ਆਹ ਅੰਨੇ ਹੁੰਦੇ ਨੇ ਜਿਹੜੇ ਸੱਚ ਨੂੰ ਭੁੱਲ ਕੇ ਇੱਧਰ ਜੁੜ ਜਾਂਦੇ, ਤੁਰ ਪੈਂਦੇ ਨੇ। ਗਲੋਬ ਤੇ ਪਾਣੀ ਪਾ ਦੇ, ਧਰਤੀ ਠੰਡੀ ਹੋ ਜੂ। ਉਹ ਕਮਲੇ ਤੁਸੀਂ ਰੁੱਖ ਲਾਓ, ਜਿਹੜੇ ਰੁੱਖਾਂ ਨੇ ਧਰਤੀ ਠੰਡੀ ਕਰਨੀ ਸੀ। ਜਿਹੜਾ ਸਾਡਾ ਕਲਾਈਮੇਟ ਜਿਹੜਾ ਸਾਡਾ ਸਾਰਾ ਖਤਮ ਹੋ ਰਿਹਾ, ਚੇਂਜ ਹੋ ਰਿਹਾ, ਸਾਰਾ ਵਾਰਮ ਹੋ ਰਿਹਾ, ਤਪਸ਼ ਵੱਧ ਰਹੀ ਹੈ, ਹੀਟ ਵੱਧ ਰਹੀ ਹੈ। ਕਿਉਂ? ਗਲੋਬਲ ਵਾਰਮਿੰਗ ਕਿਉਂ ਹੋ ਰਹੀ? ਕਿਉਂਕਿ ਰੁੱਖ ਅਸੀਂ ਕੱਟ ਰਹੇ ਹਾਂ, ਪੋਲਿਊਸ਼ਨ ਅਸੀਂ ਫੈਲਾ ਰਹੇ ਹਾਂ, ਤਾਰਾਂ ਦਾ ਪੋਲਿਊਸ਼ਨ, ਧੂਏ ਦਾ ਪੋਲਿਊਸ਼ਨ, ਏਸੀਆਂ ਦਾ ਪੋਲਿਊਸ਼ਨ, ਫਰਿੱਜਾਂ ਦਾ ਪੋਲਿਊਸ਼ਨ, ਸਾਡੀ ਬੋਲੀ ਦਾ ਪੋਲਿਊਸ਼ਨ। ਇਹ ਪੋਲਿਊਸ਼ਨ ਕੌਣ ਦੇਖੇਗਾ? ਗਲੋਬਲ ਵਾਰਮਿੰਗ ਦੇ ਕਾਰਨ ਬਹੁਤ ਨੇ, ਉੱਥੇ ਧਿਆਨ ਦੇਣਾ ਪਏਗਾ। ਗਲੋਬ ਦੇ ਉੱਪਰ ਪਾਣੀ ਪਾਉਣ ਨਾਲ ਕੁਝ ਨਹੀਂ ਬਣਨਾ। ਪੱਥਰ ਨੇ, ਇਮਾਰਤਾਂ ਨੇ, ਦੁੱਧ ਨਾਲ ਧੋਈ ਜਾਓ, ਪਾਣੀ ਨਾਲ ਧੋ ਲੋ, ਲੱਸੀ ਨਾਲ ਧੋ ਲੋ, ਜੋ ਮਰਜ਼ੀ ਕਰ ਲੋ, ਕੋਈ ਫਰਕ ਨਹੀਂ ਪੈਣਾ। ਹੰਕਾਰ ਹੀ ਵੱਧਦੇ, ਅੰਦਰ ਮਨ ਮੈਲੇ ਦਾ ਮੈਲਾ ਹੀ ਰਹਿੰਦਾ। ਇਮਾਰਤਾਂ ਚਿੱਟਾ ਕਰ ਲੈਂਦੇ, ਮਨ ਮੈਲਾ ਹੀ ਰਹਿੰਦਾ। ਗੁਰੂ ਸਾਹਿਬ ਕਹਿੰਦੇ ਅੰਦਰ ਧਿਆਨ ਦੇ, ਅੰਦਰ ਤੂੰ ਕਿੱਥੇ ਖੜਾ? ਮਿੱਟੀ ਨੂੰ ਸਾੜ ਦੇ, ਮਿੱਟੀ ਨੂੰ ਅੱਗ ਚ ਪਾ ਦੇ, ਮਿੱਟੀ ਨੂੰ ਪਾਣੀ ਚ ਪਾ ਦੇ। ਬਾਣੀ ਦੀ ਇੱਕ ਪੰਕਤੀ ਹੈ, ਇੱਕ ਦੱਜੈ ਇੱਕ ਦੱਪੀਆਂ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸੱਟੀਆਂ, ਭੀ ਫਿਰ ਰਸਣ ਪਾਹੇ, ਨਾਨਕ ਏਵ ਨ ਜਾਪੀ ਕਿੱਥੇ ਜਾਏ ਸਮਾਹੇ। ਆ ਜਿੰਦ ਹੈ, ਮਿੱਟੀ ਹੈ, ਇਹਨੂੰ ਮਰਨ ਤੋਂ ਬਾਅਦ ਦੱਬ ਦਿਓ, ਪਾਣੀ ਚ ਸਾੜ ਦਿਓ, ਪਾਣੀ ਚ ਬਹਾ ਦਿਓ, ਅੱਗ ਚ ਸਾੜ ਦਿਓ, ਜੀਆਂ ਜੰਤੂਆਂ ਨੂੰ ਖਿਲਾ ਦਿਓ, ਪਰ ਇਹ ਕਿਸੇ ਨੂੰ ਨਹੀਂ ਪਤਾ ਜੀਵ ਕਿੱਥੇ ਗਿਆ। ਗੱਲ ਉਹਦੀ ਕਰੋ ਜੀ ਦੀ। ਤੁਸੀਂ ਕਹਿੰਦੇ ਮਿੱਟੀ ਮਗਰ ਪਏ ਹੋ, ਤਾਂ ਗੁਰੂ ਸਾਹਿਬ ਨੇ ਕਿਹਾ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁੰਮਦਾ। ਕਹਿੰਦੇ ਜਲਣਾ ਤੁਹਾਨੂੰ ਫੇਰ ਪੈ ਗਿਆ, ਅੱਗ ਤੋਂ ਤੁਸੀਂ ਫੇਰ ਨਹੀਂ ਬਚੇ। ਹੁਣ ਦੱਸੋ, ਦੁੱਖ ਤੇ ਫੇਰ ਲੱਗਿਆ। ਭਾਵ ਸੀ ਵੀ ਸਰੀਰ ਦਾ ਉਹ ਅਸਲ ਚ ਭਾਵ ਕੀ ਹੁੰਦੇ ਵੀ ਜਿਹੜਾ ਹੁਣ ਪੁਰਾਣੀ ਚੜਾਈ ਕਰ ਗਈ ਉਹਨੂੰ ਕਿਤੇ ਲੇਖੇ ਲਾ ਦਈਏ, ਦੇਹ ਰੋਲੇ ਨਾ। ਬਸ ਗੱਲ ਇਹਨੇ ਵੀ ਦੇਹ ਰੋਲੇ ਨਾ। ਪ੍ਰਾਣੀ ਹੈ, ਸਾਡੇ ਚ ਰਿਹਾ ਜੀ, ਸਾਰੀ ਉਮਰ ਜੀਵੇ ਆ। ਇੱਕ ਰਿਸ਼ਤਾ ਸੀ, ਪਿਆਰ ਸੀ, ਇਸ ਰੂਪ ਕਰਕੇ, ਇਸ ਦੇਹ ਕਰਕੇ ਪਿਆਰ ਸੀ, ਸਤਿਕਾਰ ਸੀ, ਵਿਧ ਬਣੀ ਸੀ, ਹੱਸਦੇ ਖੇਡਦੇ ਜ਼ਿੰਦਗੀ ਬਤੀਤ ਕੀਤੀ ਹੈ। ਇਹਨੂੰ ਰਿਸਪੈਕਟ ਨਾਲ, ਸਤਿਕਾਰ ਨਾਲ ਇੱਕ ਲੇਖੇ ਲਾ ਦਿਓ, ਗੱਲ ਇੰਨੀ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਪਾਠ ਪੂਜਾ ਕਰਨਾ, ਵੱਖਰੀ ਗੱਲ ਹੈ। ਚਲੋ ਅਸੀਂ ਧਰਮਾਂ ਮੁਤਾਬਿਕ ਕਰਦੇ ਹਾਂ, ਉਹ ਇੱਕ ਠੀਕ ਹੈ, ਇੱਕ ਪਲੱਸ ਪੁਆਇੰਟ ਮੰਨਦੇ ਹਾਂ, ਚੰਗੀ ਗੱਲ ਹੈ। ਚਲੋ ਬੰਦਾ ਪੂਜਾ ਪਾਠ ਕਰੇ, ਪ੍ਰਾਣੀ ਦੇ ਭਲੇ ਦੀ ਅਰਦਾਸ ਕਰੇ, ਫੁੱਲਾਂ ਦੀ ਖਿਮਾ ਮੰਗ ਕੇ ਕਰਦੇ ਨਾਲ ਜੁੜੇ, ਉਹ ਬਿਲਕੁਲ ਅੱਛੀ ਗੱਲ ਹੈ। ਪਰ ਕਹਿੰਦੇ ਇਸ ਤਰ੍ਹਾਂ ਕਰਨਾ ਹੈ ਵੀ ਆਹ ਜਿਹੜੀਆਂ ਚੀਜ਼ਾਂ ਅਸੀਂ ਕਰਦੇ ਹਾਂ ਇਹ ਧਰਮ ਤੋਂ ਉਲਟ ਲੈ ਜਾਂਦੀਆਂ। ਹਾਂਜੀ, ਇੱਥੇ ਆਪਾਂ ਹੁਣ ਵਿਚਾਰ ਦੀ ਸਮਾਪਤੀ ਕਰਦੇ ਹਾਂ। ਟਾਈਮ ਵੀ ਤਕਰੀਬਨ ਪੂਰਾ ਹੋ ਗਿਆ। ਅਗਲੇ ਸੈਸ਼ਨ 'ਚ ਆਪਾਂ ਜ਼ਰੂਰ ਜੁੜਾਂਗੇ ਸਾਰੇ, ਕਿਉਂਕਿ ਕੁਛ ਸੰਗਤਾਂ ਨੇ ਸਵਾਲ ਕਰਨੇ ਨੇ, ਕੋਈ ਸੁਝਾਅ ਵੀ ਦੇਣੇ ਹਨ। ਸੋ ਮੀਟਿੰਗ ਦੇ ਬੰਦ ਹੋਣ ਤੋਂ ਬਾਅਦ ਬੇਨਤੀ ਹੈ, ਜੇ ਕਿਸੇ ਨੇ ਆਪਣਾ ਕੋਈ ਸਵਾਲ, ਸੁਝਾਅ ਜਾਂ ਕਿਸੇ ਕਿਸਮ ਦਾ ਕੋਈ ਸ਼ੰਕਾ ਨਿਵਰਤ ਕਰਨਾ ਹੋਵੇ, ਉਹ ਜ਼ਰੂਰ ਸਾਡੇ ਨਾਲ ਜੁੜੇ। ਇਸ ਸ਼ਲੋਕ ਪ੍ਰਤੀ ਪਿਛਲੀਆਂ ਵਿਚਾਰਾਂ ਜਾਂ ਹੋਰ ਵੀ ਤੁਹਾਡੇ ਮਨ 'ਚ ਕਿਸੇ ਕਿਸਮ ਦਾ ਕੋਈ ਸ਼ੰਕਾ ਹੁੰਦਾ ਤੇ ਉਹਦੇ ਤੁਸੀਂ ਸਾਡੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਕਿ ਹੋਰ ਸੰਗਤ ਵੀ ਇਸ ਤੋਂ ਲਾਹਾ ਲੈ ਸਕਣ। ਮੈਂ ਹਰ ਵਾਰ ਬੇਨਤੀ ਕਰਦਾ, ਹੋਰਨਾਂ ਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ। ਸਾਡਾ ਇੱਕ ਕੀਤੀ ਹੋਈ ਗੱਲ, ਇੱਕ ਬੋਲਿਆ ਹੋਇਆ ਸਵਾਲ, ਕੋਈ ਕੀਤਾ ਹੋਇਆ ਵਿਚਾਰ ਹੋਰਨਾਂ ਕਈਆਂ ਵਾਸਤੇ ਲਾਹੇਵੰਦ ਸਾਬਤ ਹੋ ਸਕਦਾ ਹੈ।